ਹਾਜ਼ਰੀਨ ਮੌਜੂਦ ਅਫਰਾਦ ਉਡਾਨ ਇੰਸਟੀਚਿਊਟ ਦੇ ਮਾਸਟਰ ਕੇਡਰ ਦੀ ਇਸ ਕਲਾਸ ਦੇ ਵਿੱਚ ਤੁਹਾਡਾ ਖੈਰ ਮਕਦਮ ਹੈ। ਤੋ ਜਿਵੇਂ ਅਸੀਂ ਪਹਿਲਾਂ ਸ਼੍ਰੰਖਲਾ ਆਰੰਭੀ ਹੋਈ ਹੈ MCQ ਹੱਲ ਕਰਾਉਣ ਦੀ, ਉਸੇ ਕੜੀ ਦੇ ਤਹਿਤ ਅੱਜ ਅਸੀਂ ਹੋਰ ਜਿਹੜੇ MCQ ਲੈ ਕੇ ਆਏ ਹਾਂ, ਅੱਗੇ ਕੁਐਸਚਨ ਹੋਰ ਲੈ ਕੇ ਆਏ ਹਾਂ ਔਰ ਉਹਨਾਂ ਨੂੰ ਐਕਸਪਲੇਨ ਕਰਕੇ ਤੁਹਾਨੂੰ ਦੱਸਾਂਗੇ। ਤੋ ਆਓ ਸ਼ੁਰੂ ਕਰਦੇ ਹਾਂ ਅੱਜ ਦੀ ਕਲਾਸ। ਤੋ ਪਹਿਲਾ ਸਾਡੇ ਕੋਲ ਕੁਐਸਚਨ ਹੈ, ਟੱਕਰ ਕਿਸ ਕਾਵਿ ਰੂਪ ਦਾ ਅਨਿਵਾਰੀ ਤੱਤ ਹੈ? ਅਨਿਵਾਰੀਆ ਦਾ ਅਰਥ ਹੁੰਦਾ ਜ਼ਰੂਰੀ ਤੱਤ ਹੈ। ਅਲਾਉਣੀ ਦਾ ਹੈ, ਕਿੱਸਾ ਹੈ, ਵਾਰ ਹੈ ਜਾਂ ਸਤਵਾਰਾ ਹੈ। ਤੋ ਇਹਨਾਂ ਵਿੱਚੋਂ ਜਿਹੜਾ ਅਲਾਉਣੀ ਹੁੰਦਾ ਹੈਗਾ, ਅਲਾਉਣੀ ਦਾ ਜਿਹੜਾ ਸੰਬੰਧ ਹੈ ਉਹ ਰੁਦਨ ਕਾਵਿ ਦੇ ਨਾਲ ਹੈਗਾ। ਅਲਾਉਣੀ ਮਰ ਚੁੱਕੀ ਧੀ ਦੇ ਪਰਥਾਏ ਮਾਂ ਦੁਆਰਾ ਪੇਸ਼ ਕੀਤਾ ਜਾਂਦਾ ਇੱਕ ਸੋਗਮਈ ਕਾਵਿ ਰੂਪ ਹੁੰਦਾ ਹੈਗਾ, ਉਹਨੂੰ ਅਲਾਉਣੀ ਆਖਿਆ ਜਾਂਦਾ ਹੈ। ਤੋ ਇਹਦੇ ਵਿੱਚ ਵੀ ਜਿਹੜਾ ਟੱਕਰ ਹੈ ਉਹ ਅਨਿਵਾਰੀ ਨਹੀਂ ਹੈਗੀ, ਜ਼ਰੂਰੀ ਨਹੀਂ ਹੈ। ਉਸ ਤੋਂ ਬਾਅਦ ਦੇ ਵਿੱਚ ਕਿੱਸਾ ਹੈ। ਕਿੱਸਾ ਪ੍ਰੇਮਾਖਿਆਨ ਹੁੰਦਾ ਹੈਗਾ, ਪ੍ਰੇਮ ਦੀ ਜਾਂ ਸੂਰਮਗਤੀ ਦੀ ਜਾਂ ਫਿਰ ਤੁਸੀਂ ਕਹਿ ਲਓ ਕਿਸੇ ਦੈਵੀ ਸ਼ਕਤੀ ਦੇ ਸੰਦਰਭ ਦੇ ਵਿੱਚ ਜਿਹੜਾ ਲਿਖਿਆ ਜਾਣ ਵਾਲਾ ਵਿਖਿਆਨ ਹੁੰਦਾ ਉਹਨੂੰ ਕਿੱਸਾ ਕਹਿੰਦੇ ਨੇ। ਕਿੱਸਾ ਮੂਲ ਰੂਪ ਦੇ ਵਿੱਚ ਕਸ ਧਾਤੂ ਤੋਂ ਬਣਿਆ ਹੈ, ਜਿਸ ਦਾ ਅਰਥ ਹੁੰਦਾ ਹੈ ਪ੍ਰੇਮ ਭਾਵ ਪੂਰਵਕ ਕੋਈ ਵਿਖਿਆਨ ਜਾਂ ਸੂਰਮਗਤੀ ਦਾ ਵਾਰਤਾਲਾਪ। ਇਸ ਦੇ ਵਿੱਚ ਵੀ ਨਹੀਂ ਹੁੰਦਾ। ਔਰ ਸਤਵਾਰਾ ਹੈਗਾ ਜਿਹੜਾ ਲਾਸਟ ਤੇ ਹੈ, ਸਤਵਾਰੇ ਦੇ ਵਿੱਚ ਵੀ ਜਿਹੜਾ 7 ਦਿਨਾਂ ਦਾ ਜਿਹੜਾ ਵਾਰਾਂ ਦਾ ਵਰਣਨ ਪੇਸ਼ ਕੀਤਾ ਜਾਂਦਾ ਅਲੱਗ-ਅਲੱਗ ਕੰਟੈਕਸਟ ਦੇ ਵਿੱਚ। ਤੋ ਇਹਦੇ ਵਿੱਚ ਵੀ ਜਿਹੜਾ ਹੈਗਾ ਟੱਕਰ ਨਹੀਂ ਹੁੰਦਾ। ਟੱਕਰ ਜਿਹੜਾ ਹੁੰਦਾ ਹੈ ਉਹ ਵਾਰ ਕਾਵਿ ਦੇ ਵਿੱਚ ਹੁੰਦਾ ਹੈਗਾ। ਇਹਦੇ ਵਿੱਚ ਜਿਹੜਾ ਹੈਗਾ ਹੈ ਵਾਰ ਕਾਵਿ ਦੇ ਵਿੱਚ ਟੱਕਰ ਨੂੰ ਦਰਸਾਇਆ ਜਾਂਦਾ ਹੈਗਾ। ਜੇ ਤਾਂ ਤੁਸੀਂ ਅਧਿਆਤਮ ਵਾਰ ਪੜ੍ਹੋਗੇ ਉਹਦੇ ਵਿੱਚ ਗੁਰਮੁਖ ਤੇ ਮਨਮੁਖ ਦੀ ਟੱਕਰ ਹੁੰਦੀ ਹੈਗੀ ਹੈ। ਜੇਕਰ ਤੁਸੀਂ ਜਿਹੜੀ ਹੈਗੀ ਦੁਨਿਆਵੀ ਵਾਰ ਪੜ੍ਹੋਗੇ ਉਹਦੇ ਵਿੱਚ ਨਾਇਕ ਤੇ ਖਲਨਾਇਕ ਦੀ ਟੱਕਰ ਹੁੰਦੀ ਹੈਗੀ ਹੈ। ਤੋ ਦੋਵਾਂ ਤਰ੍ਹਾਂ ਦੀ ਟੱਕਰ ਨੂੰ ਜਿਹੜਾ ਹੈਗਾ ਇਹਦੇ ਵਿੱਚ ਬਿਆਨ ਕੀਤਾ ਜਾਂਦਾ ਹੈਗਾ। ਤੋ ਇਹ ਵਾਰ ਦਾ ਜ਼ਰੂਰੀ ਤੱਤ ਹੈਗਾ, ਕਿਉਂਕਿ ਵਾਰ ਦੇ ਵਿੱਚ ਟੱਕਰ ਨੂੰ ਹੀ ਦਰਸਾਉਣਾ ਹੁੰਦਾ ਹੈਗਾ। ਤੋ ਜੇਕਰ ਕਿਸੇ ਪ੍ਰਥਾਏ ਕੰਟੈਕਸਟ ਦੇ ਵਿੱਚ ਰੱਖ ਕੇ ਕਿਸੇ ਬੰਦੇ ਦੀ ਆਪਸ ਦੇ ਵਿਚਕਾਰ ਜੋ ਖਿੱਚੋਤਾਣ ਆ ਉਹਨੂੰ ਦਰਸਾਇਆ ਜਾਂਦਾ, ਉਹਨੂੰ ਟੱਕਰ ਆਖਿਆ ਜਾਂਦਾ। ਤਜ਼ੱਫੁਫ ਦਾ ਸੰਬੰਧ ਹੈ। ਤਜ਼ੱਫੁਫ ਜਿਹੜਾ ਹੈਗਾ ਹੈ, ਤਸਵੁਫ ਇੱਥੇ ਲਿਖਿਆ ਹੋਇਆ ਪਰ ਮੂਲ ਰੂਪ ਦੇ ਵਿੱਚ ਇਹ ਹੁੰਦਾ ਤਜ਼ੱਵੁਫ। ਤਜ਼ੱਵੁਫ ਅਰਬੀ ਭਾਸ਼ਾ ਦਾ ਲਫ਼ਜ਼ ਹੈ ਜਿਸ ਦਾ ਅਰਥ ਹੁੰਦਾ ਪ੍ਰੇਮ ਕਰਨ ਵਾਲਾ ਜਾਂ ਪਿਆਰ ਕਰਨ ਵਾਲਾ, ਲੁਕਾਈ ਨਾਲ ਜਿਹੜਾ ਹੈਗਾ ਜੀ ਜਾਨ ਤੋਂ ਜਿਹੜਾ ਹੈਗਾ ਹੈ ਇਸ਼ਕੇ ਹਕੀਕੀ ਕਰਨ ਵਾਲਾ, ਮੁਹੱਬਤ ਕਰਨ ਵਾਲਾ ਇਨਸਾਨ ਜਿਹੜਾ ਹੈਗਾ ਤਜ਼ੱਫੁਫ ਦਾ ਧਾਰਨੀ ਹੁੰਦਾ ਹੈਗਾ। ਤੋ ਤਜ਼ੱਫੁਫ ਜਿਹੜਾ ਹੈਗਾ ਉਹਦਾ ਸੰਬੰਧ ਜਿਹੜਾ ਹੈਗਾ ਰੋਮਾਂਸਵਾਦ ਨਾਲ ਨਹੀਂ ਹੈਗਾ, ਆਦਰਸ਼ਵਾਦ ਨਾਲ ਵੀ ਨਹੀਂ ਔਰ ਅਸਤਿਤਵਵਾਦ ਨਾਲ ਵੀ ਨਹੀਂ। ਤਜ਼ੱਫੁਫ ਦਾ ਸੰਬੰਧ ਜਿਹੜਾ ਹੈਗਾ ਉਹ ਰਹੱਸਵਾਦ ਨਾਲ ਹੈ, ਮਿਸਟਰੀ ਨਾਲ ਹੈ, ਕਸ਼ਫੁਲ ਮਹਿਜ਼ੂਬ ਦੇ ਨਾਲ ਹੈਗਾ, ਗੁੱਝੇ ਭੇਦਾਂ ਦੇ ਨਾਲ ਜਿਹੜਾ ਇਹਦਾ ਸੰਬੰਧ ਤਜ਼ੱਫੁਫ ਦਾ ਹੁੰਦਾ। ਔਰ ਸੂਫੀ ਕਾਵਿ ਦੇ ਵਿੱਚ ਵਰਤੀ ਗਈ ਜਾਣੀ ਪਛਾਣੀ ਇਹ ਟਰਮ ਹੈਗੀ ਆ। ਪੰਜਾਬੀ ਕਿੱਸਾ ਮੁੱਖ ਰੂਪ ਵਿੱਚ ਪ੍ਰਭਾਵਿਤ ਹੈ। ਕਿਸ ਚੀਜ਼ ਤੋਂ ਪੰਜਾਬੀ ਦਾ ਕਿੱਸਾ ਜਿਹੜਾ ਪ੍ਰਭਾਵਿਤ ਹੋਇਆ ਹੈਗਾ? ਇੱਥੇ ਸਾਡੇ ਕੋਲ 4 ਆਪਸ਼ਨ ਨੇ। ਮਸਨਵੀ ਤੋਂ, ਮਸਨਵੀ ਇੱਕ ਕਾਵਿ ਰੂਪ ਹੈ ਅਰੂਜ਼ ਦੇ ਅਕੋਰਡਿੰਗ, ਇਹਦੇ ਤੋਂ ਵੀ ਨਹੀਂ ਇਹ ਪ੍ਰਭਾਵਿਤ, ਲੋਕ ਗਥਾਵਾਂ ਤੋਂ ਵੀ ਨਹੀਂ ਤੇ ਪੁਰਾਣ ਕਥਾ ਤੋਂ ਨਹੀਂ, ਇਹ ਸੰਸਕ੍ਰਿਤ ਦੇ ਪ੍ਰੇਮਾਖਿਆਨ ਤੋਂ ਪ੍ਰਭਾਵਿਤ ਹੋਇਆ। ਸਾਡਾ ਆਪਸ਼ਨ ਜਿਹੜਾ ਹੈਗਾ ਇੱਥੇ ਅਸੀਂ ਊੜਾ ਵਰਤਣਾ, ਪ੍ਰੇਮਾਖਿਆਨ ਤੋਂ ਜਿਹੜਾ ਹੈਗਾ ਕਿੱਸਾ ਪੰਜਾਬੀ ਦੇ ਵਿੱਚ ਪ੍ਰਭਾਵਿਤ ਹੋ ਕੇ ਲਿਖਿਆ ਜਾਂਦਾ। ਪਰ ਇਹਦੀ ਰੰਗਤ ਜਿਹੜੀ ਹੈਗੀ ਉਹ ਸਾਮੀ ਜਿਹੜਾ ਆਪਣੀ ਕਲਚਰ ਵਾਲੀ ਹੈਗੀ ਆ, ਸੈਮਟਿਕ ਕਲਚਰ ਦੇ ਨਾਲ ਜਿਹੜਾ ਲਬਰੇਜ਼ ਹੈਗਾ ਕਿੱਸਾ ਮੂਲ ਰੂਪ ਦੇ ਵਿੱਚ। ਫਿਰ ਤਿੰਨਾਂ ਨੇ ਉਧਰੋਂ ਆਈ ਹੈਗੀ ਅਰਬ ਦੇ ਵਿੱਚੋਂ, ਪਰ ਪ੍ਰਭਾਵਿਤ ਮੂਲ ਰੂਪ ਦੇ ਵਿੱਚ ਪ੍ਰੇਮਾਖਿਆਨ ਤੋਂ ਹੋਇਆ ਹੈਗਾ। ਕਿਹੜਾ ਰੂਪ ਆਤਮ ਕੇਂਦਰਿਤ ਹੈ? ਤੋ ਸਾਡੇ ਕੋਲ ਜਿਹੜੇ ਇੱਥੇ 4 ਆਪਸ਼ਨ ਨੇ। ਵਾਰ ਆਤਮ ਕੇਂਦਰਿਤ ਨਹੀਂ ਹੁੰਦੀ, ਕਿੱਸਾ ਵੀ ਆਤਮ ਕੇਂਦਰਿਤ ਨਹੀਂ ਹੁੰਦਾ ਤੇ ਮਹਾਕਾਵਿ ਵੀ ਆਤਮ ਕੇਂਦਰਿਤ ਨਹੀਂ ਹੁੰਦਾ। ਪ੍ਰਗੀਤ ਜਿਹੜਾ ਕਾਵਿ ਰੂਪ ਹੈ ਉਹ ਸਵੈ ਸੰਬੋਧਨੀ ਸ਼ੈਲੀ ਦੇ ਵਿੱਚ ਹੁੰਦਾ ਹੈਗਾ ਔਰ ਆਤਮ ਕੇਂਦਰਿਤ ਹੁੰਦਾ ਹੈ। ਆਤਮ ਕੇਂਦਰਿਤ ਹੈ ਜਿਹੜਾ ਇਹ ਸਵੈ ਸੰਬੋਧਨੀ ਸ਼ੈਲੀ ਵਾਲਾ ਹੁੰਦਾ ਹੈਗਾ, ਸਵੈ ਸੰਬੋਧਨੀ ਸ਼ੈਲੀ ਵਿੱਚ। ਇਸ ਕਰਕੇ ਸਾਡਾ ਜਿਹੜਾ ਆਨਸਰ ਹੈਗਾ ਉਹ ਇੱਥੇ ਸੱਸਾ ਆਏਗਾ। ਸ਼੍ਰੀ ਫਰਹਾਦ ਦੀ ਕਥਾ ਦਾ ਸਰੋਤ ਹੈ। ਹੁਣ ਇੱਥੇ ਸਾਡੇ ਕੋਲ ਜਿਹੜੇ ਹੈਗੇ 4 ਆਪਸ਼ਨਸ ਨੇ। ਕੁਰਾਨ ਹੈ, ਫਾਰਸੀ ਕਾਵਿ ਹੈ, ਹਦੀਸ ਹੈ ਤੇ ਪੰਜਾਬੀ ਸੂਫੀ ਕਾਵਿ ਹੈਗਾ। ਕੁਰਾਨ ਦੇ ਵਿੱਚ ਜਿਹੜਾ ਕਿੱਸਾ ਹੈਗਾ, ਕੁਰਾਨ ਦੇ ਵਿੱਚ 2 ਕਿੱਸੇ ਬੜੇ ਮਸ਼ਹੂਰ ਨੇ। ਇੱਕ ਤਾਂ ਯੂਸਫ ਜ਼ੁਲੈਖਾਂ ਦਾ ਹੈ, ਯੂਸਫ ਜ਼ੁਲੈਖਾਂ, ਔਰ ਦੂਸਰਾ ਜਿਹੜਾ ਹੈਗਾ ਦੂਸਰਾ ਕਿੱਸਾ ਇਹਦੇ ਵਿੱਚ ਹੈਗਾ ਲੈਲਾ ਮਜਨੂ। ਇਹਨਾਂ ਦਾ ਜ਼ਿਕਰ ਆਉਂਦਾ ਕੁਰਾਨੇ ਪਾਕ ਦੇ ਵਿੱਚ, ਲੈਲਾ ਮਜਨੂ।
ਕਈ ਕਹਿੰਦੇ ਕੁਰਾਨ ਦੇ ਵਿੱਚ ਇਹਦਾ ਜ਼ਿਕਰ ਹੈ, ਕੁਰਾਨ ਦੀ ਕਿਸੇ ਵੀ ਆਇਤ ਦੇ ਵਿੱਚ ਇਸ ਦਾ ਜ਼ਿਕਰ ਸ਼ੀਰੀ ਫਰਹਾਦ ਦਾ ਜ਼ਿਕਰ ਨਹੀਂ ਹੈਗਾ, ਕਿਉਂਕਿ ਇਹਦਾ ਸੰਬੰਧ ਜਿਹੜਾ ਹੈ ਇਹ ਈਰਾਨੀ ਕਾਵਿ ਨਾਲ ਹੈ। ਸ਼ੀਰੀ ਫਰਹਾਦ ਈਰਾਨ ਦੇ ਸੀ ਔਰ ਜਿਹੜਾ ਕੁਰਾਨ ਸ਼ਰੀਫ ਦਾ ਸੰਬੰਧ ਹੈ ਉਹ ਅਰਬ ਦੇ ਨਾਲ ਜੁੜਦਾ ਹੈਗਾ। ਤੋ ਇਸ ਕਰਕੇ ਉਸ ਤੋਂ ਬਾਅਦ ਦੇ ਵਿੱਚ ਸਾਡੇ ਕੋਲ ਫਿਰ ਆ ਜਾਂਦਾ ਹੈਗਾ, ਇਸ ਕਰਕੇ ਕੁਰਾਨ ਦੇ ਵਿੱਚ ਜਿਹੜਾ ਹੈਗਾ ਇਸ ਦਾ ਜ਼ਿਕਰ ਨਹੀਂ ਹੈਗਾ। ਉਸ ਤੋਂ ਬਾਅਦ ਦੇ ਵਿੱਚ ਆ ਜਾਂਦਾ ਹਦੀਸ। ਹਦੀਸ ਜਿਹੜੀ ਹੈਗੀ ਆ ਇਹ ਬਚਨ ਨੇ ਮੁਹੰਮਦ ਸਾਹਿਬ ਦੇ, ਕੌਨਸਟੀਟਿਊਸ਼ਨ ਕਹਿ ਸਕਦੇ ਹੋ ਤੁਸੀਂ ਇਸਲਾਮ ਦਾ। ਇਹ ਹਦੀਸਾਂ ਜਿਹੜੀਆਂ ਹੈਗੀਆਂ ਨੇ ਅਲੱਗ-ਅਲੱਗ ਹਦੀਸਾਂ ਨੇ, ਪਰ ਜਿਹੜੀ ਮੰਨਣਯੋਗ ਹਦੀਸ ਹੈਗੀ ਆ ਉਹ ਸਹੀ ਬੁਖਾਰੀ ਹੈਗੀ ਆ। ਮੌਲਾਨਾ ਜ਼ਲੀਲ ਅਹਿਸਨ ਨਦਵੀ ਦੁਆਰਾ ਰਚਿਤ ਸਹੀ ਬੁਖਾਰੀ, ਮੁਸਲਮ ਬੁਖਾਰੀ ਹਦੀਸ ਹੈਗੀ ਆ। ਬੱਚਿਆਂ ਨੂੰ ਮਦਰਸੇ ਦੇ ਵਿੱਚ ਤਲਾਵਤੁਲ ਕੁਰਾਨ ਤੋਂ ਪਹਿਲਾਂ ਜਿਹੜੀ ਉਹ ਪੜ੍ਹਾਈ ਜਾਂਦੀ ਆ। ਬੜਾ ਵੱਡਾ ਮਰਤਬਾ ਹੈ ਹਦੀਸ ਪੜ੍ਹਾਉਣ ਵਾਲੇ ਦਾ ਮਦਰਸੇ ਦੇ ਵਿੱਚ ਜਾਂ ਦਰਸ ਦੇ ਵਿੱਚ। ਤੋ ਹਦੀਸ ਦੇ ਵਿੱਚ ਕੇਵਲ ਕੌਨਸਟੀਟਿਊਸ਼ਨ ਹੈਗਾ, ਇਹਦੇ ਵਿੱਚ ਇਹਦਾ ਸੰਬੰਧ ਇਹੋ ਜਿਹੇ ਚੀਜ਼ ਦੇ ਨਾਲ ਨਹੀਂ ਹੈਗਾ। ਉਹਦੇ ਵਿੱਚ ਬਚਨ ਨੇ, ਜੇ ਪੰਜਾਬੀ ਚ ਕਹੀਏ ਤੇ ਬਚਨ ਨੇ ਜਿਹੜੇ ਸਦਾਚਾਰਕ, ਨੈਤਿਕ, ਧਾਰਮਿਕ, ਰਾਜਨੀਤਿਕ ਜੀਵਨ ਨਾਲ ਸੰਬੰਧ ਰੱਖਦੇ ਹੈਗੇ ਨੇ ਮੁਹੰਮਦ ਸਾਹਿਬ ਸੱਲੱਲਾਹੁ ਅਲੈਹਿ ਵਸੱਲਮ ਦੇ, ਉਹ ਇਹਦੇ ਵਿੱਚ ਦਰਜ ਹੈਗੇ ਨੇ। ਤੋ ਇਹਦਾ ਸੰਬੰਧ ਜਿਹੜਾ ਇਸ ਕਿੱਸੇ ਨਾਲ ਨਹੀਂ ਹੈਗਾ। ਔਰ ਲਾਸਟ ਤੇ ਪੰਜਾਬੀ ਸੂਫੀ ਕਾਵਿ। ਪੰਜਾਬੀ ਸੂਫੀ ਕਾਵਿ ਦੇ ਵਿੱਚ ਤਾਂ ਜਿਹੜਾ ਹੈਗਾ ਜ਼ਿਕਰ ਤਾਂ ਕਿੱਸਿਆਂ ਦਾ ਆਉਂਦਾ ਹੈਗਾ। ਸੂਫੀ ਕਾਵਿ ਦੇ ਵਿੱਚ ਕਿਤੇ ਨਾ ਕਿਤੇ ਬਿੰਬ ਤਾਂ ਵਰਤੇ ਗਏ ਨੇ ਇਹ, ਪਰੰਤੂ ਮੂਲ ਰੂਪ ਦੇ ਵਿੱਚ ਉਹਦੇ ਸਰੋਤ ਨਹੀਂ ਅਸੀਂ ਕਹਿ ਸਕਦੇ ਕਿ ਕਿਸੇ ਵੀ ਸੂਫੀ ਪੋਇਟ ਨੇ ਇਹਦਾ ਸਰੋਤ ਸਾਨੂੰ ਸੂਫੀ ਪੋਇਟਾਂ ਤੋਂ ਮਿਲਦਾ, ਨਹੀਂ। ਇਹਦਾ ਜਿਹੜਾ ਸੰਬੰਧ ਹੈ ਉਹ ਫਾਰਸੀ ਕਾਵਿ ਦੇ ਨਾਲ ਹੈਗਾ। ਫਾਰਸੀ ਕਾਵਿ ਦੇ ਵਿੱਚ ਜਿਹੜਾ ਸੀਰੀ ਫਰਹਾਦ ਦਾ ਜਿਹੜਾ ਕਿੱਸਾ ਹੈ ਉੱਥੋਂ ਇਹ ਪ੍ਰਾਪਤ ਹੁੰਦਾ, ਕਿਉਂਕਿ ਜਿਹੜੀ ਇਹਦੀ ਬੈਕਗਰਾਉਂਡ ਹੀ ਈਰਾਨ ਹੈ ਸੀਰੀ ਫਰਹਾਦ ਦੀ। ਤੋ ਸ਼ੀਰੀ ਜਿਹੜੀ ਸੀਗੀ ਉਹ ਪ੍ਰੇਮਿਕਾ ਸੀਗੀ ਔਰ ਫਰਹਾਦ ਉਹਦਾ ਪ੍ਰੇਮੀ ਸੀ। ਤੋ ਫਰਹਾਦ ਨੇ ਸ਼ੀਰੀ ਨੂੰ ਪ੍ਰਾਪਤ ਕਰਨ ਦੇ ਵਾਸਤੇ ਜਿਹੜਾ ਸੀਗਾ ਉਹ ਬੜੀ ਘਾਲਣਾ ਘਾਲ ਕੇ ਇੱਕ ਨਹਿਰ ਬਣਾਈ ਸੀਗੀ ਔਰ ਨਹਿਰ ਬਣਾ ਕੇ ਜਿਹੜਾ ਹੈਗਾ ਉਹਨੂੰ ਪ੍ਰਾਪਤ ਕਰਨਾ ਚਾਹਿਆ ਸੀ। ਤੋ ਇਹਦਾ ਦੁਖਾਂਤ ਅੰਤ ਹੈਗਾ ਜਿਹੜਾ ਸੀਰੀ ਫਰਹਾਦ ਦੇ ਕਿੱਸੇ ਦਾ ਹੈਗਾ। ਜੁਝਾਰਵਾਦੀ ਕਾਵਿਧਾਰਾ ਪ੍ਰਭਾਵਿਤ ਹੈ। ਤੋ ਇੱਥੇ ਸਾਡੇ ਕੋਲ ਜਿਹੜਾ ਹੈਗਾ ਪ੍ਰਗਤੀਵਾਦੀ ਲਹਿਰ ਤੋਂ, ਨਕਸਲਵਾਦੀ ਲਹਿਰ ਤੋਂ, ਮਾਰਕਸਵਾਦੀ ਲਹਿਰ ਤੋਂ, ਜਾਂ ਫਿਰ ਇਹਨਾਂ ਵਿੱਚੋਂ ਕੋਈ ਨਹੀਂ। ਤੋ ਇਹ ਜਿਹੜੀ ਜੁਝਾਰਵਾਦੀ ਕਾਵਿਧਾਰਾ ਹੈਗੀ ਆ ਉਹ ਨਕਸਲਵਾਦੀ ਲਹਿਰ ਤੋਂ ਪ੍ਰਭਾਵਿਤ ਹੈਗੀ ਆ। ਇਹ ਜਿਹੜਾ ਨਕਸਲਾਈਟ ਮੂਵਮੈਂਟ ਚੱਲੀ ਸੀਗੀ ਸਟਾਰਟ ਦੇ ਵਿੱਚ, ਉਸ ਤੋਂ ਜਿਹੜੀ ਪ੍ਰਭਾਵਿਤ ਹੋ ਕੇ ਇਹ ਰਚਨਾ ਕੀਤੀ ਗਈ ਹੈ। ਪਰੰਤੂ ਇਹਨਾਂ ਦਾ ਕਿਤੇ ਨਾ ਕਿਤੇ ਆਧਾਰ ਮਾਰਕਸਿਜ਼ਮ ਤੇ ਜਿਹੜਾ ਹੈਗਾ ਪ੍ਰੋਗਰੈਸਿਜ਼ਮ ਇੱਕ ਦੂਜੇ ਦੇ ਨਾਲ ਜੁੜਦਾ ਹੀ ਹੈਗਾ, ਪਰੰਤੂ ਮੂਲ ਰੂਪ ਦੇ ਵਿੱਚ ਇਹਦੇ ਤੋਂ ਇਹ ਪ੍ਰਭਾਵਿਤ ਹੈਗੀ ਆ। ਗਲਪੀ ਸਾਹਿਤ ਦੀ ਪ੍ਰਮੁੱਖ ਜੁਗਤ ਹੈ। ਗਲਪ ਜਿਹੜਾ ਹੈਗਾ ਗਲਪ ਜਾਂ ਫਿਕਸ਼ਨ, ਅੰਗਰੇਜ਼ੀ ਦੇ ਫਿਕਸ਼ਨ ਦਾ ਪਰਿਆਏ ਹੈਗਾ ਜਿਹੜਾ ਗਲਪ ਹੈ। ਤੋ ਇਹਦਾ ਜਿਹੜਾ ਹੈਗਾ ਪ੍ਰਮੁੱਖ ਜੁਗਤ ਜਿਹੜੀ ਇਹਦੇ ਵਿੱਚ ਨਾਟਕੀਅਤਾ ਹੈਗਾ, ਨਹੀਂ, ਨਾਟਕੀਅਤਾ ਗਲਪੀ ਦੇ ਸਾਹਿਤ ਦੇ ਵਿੱਚ ਨਹੀਂ ਹੁੰਦਾ ਹੈਗਾ। ਨਾ ਫਿਰ ਦਾਰਸ਼ਨਿਕ ਦਾ ਤਾਂ ਲੈਣ ਦੇਣ ਹੀ ਕੋਈ ਨਹੀਂ, ਦੂਰ ਦਾ ਸੰਬੰਧ ਹੀ ਨਹੀਂ ਹੈ ਇਸ ਚੀਜ਼ ਦੇ ਨਾਲ, ਤੇ ਨਾ ਫਿਰ ਪ੍ਰਗੀਤਾਤਮਕਤਾ ਦਾ ਹੈਗਾ। ਇਹਦਾ ਹੈਗਾ ਬ੍ਰਿਤਾਂਤਕਤਾ ਦਾ। ਇਹਦੇ ਵਿੱਚ ਬ੍ਰਿਤਾਂਤ ਦੀ ਜਿਹੜੀ ਹੈਗੀ ਆ ਕਥਾ ਤੋਂ ਕਥਾਨਕ ਦੇ ਸਫ਼ਰ ਦਾ ਜਿਹੜਾ ਹੈਗਾ ਉਹ ਇਹਦੇ ਵਿੱਚ ਅੰਸ਼ ਭਾਰੂ ਹੁੰਦੇ ਨੇ। ਇਸ ਕਰਕੇ ਇਹਦੀ ਪ੍ਰਮੁੱਖ ਜੁਗਤ ਹੈਗੀ ਜਿਹੜੀ ਬ੍ਰਿਤਾਂਤਕਤਾ ਹੁੰਦੀ ਹੈਗੀ ਆ ਇਹਦੀ ਗਲਪੀ ਸਾਹਿਤ ਦੀ। ਨਾਟਕ ਦਾ ਮੂਲ ਤੱਤ ਹੈ। ਨਾਟਕ ਦੇ ਵਿੱਚ ਜਿਹੜਾ ਹੈਗਾ ਮੂਲ ਤੱਤ ਕਿਹੜਾ ਹੈਗਾ? ਹਾਲਾਂਕਿ ਉੱਪਰਲੇ ਤਿੰਨ ਜਿਹੜੇ ਹੈਗੇ ਨੇ ਇਹਦੇ ਮੁੱਖ ਪਹਿਲੂ ਹੈਗੇ ਨੇ ਨਾਟਕ ਦੇ। ਜੀਵਨ ਦਰਸ਼ਨ ਤਾਂ ਇਹਦੇ ਨਾਲ ਲੈਣ ਦੇਣ ਨਹੀਂ ਹੁੰਦਾ ਹੈਗਾ, ਬੜਾ ਘੱਟ ਦੂਰ ਦਾ ਰਿਸ਼ਤਾ ਕਹਿ ਲਓ, ਮਾੜਾ ਮੋਟਾ ਜਿਹੜਾ ਤੁਸੀਂ ਕਹੋਗੇ ਤਾਂ ਗੌਣ ਰੂਪ ਦੇ ਵਿੱਚ ਹੁੰਦਾ ਥੋੜਾ ਬਹੁਤਾ। ਉਸ ਤੋਂ ਬਾਅਦ ਦੇ ਵਿੱਚ ਕਥਾਨਕ ਦਾ ਵੀ ਇਹਦੇ ਨਾਲ ਬਹੁਤਾ ਨਹੀਂ ਹੈਗਾ। ਕਥਾਨਕ ਇਹਦਾ ਸੈਕੰਡਰੀ ਹੈ, ਵਾਰਤਾਲਾਪ ਵੀ ਸੈਕੰਡਰੀ ਹੈ। ਇਹਦਾ ਪਾਤਰ ਚਿਤਰਨ ਜਿਹੜਾ ਹੈਗਾ ਉਹ ਇਹਦਾ ਮੂਲ ਤੱਤ ਹੁੰਦਾ। ਪਾਤਰਾਂ ਦੇ ਉੱਪਰ ਹੀ ਨਾਟਕ ਦੀ ਜਿਹੜੀ ਸਾਰੀ ਜੁਗਤ ਬ੍ਰਿਤਾਂਤ ਦੀ ਨਾਟਕ 'ਚ ਬ੍ਰਿਤਾਂਤ ਤਾਂ ਹੁੰਦਾ ਨਹੀਂ ਹੈਗਾ। ਨਾਟਕ ਦੀ ਜਿਹੜੀ ਸਗਲੀ ਜੁਗਤ ਹੈਗੀ ਆ ਉਹ ਪਾਤਰ ਚਿਤਰਨ ਦੇ ਆਧਾਰ ਦੇ ਉੱਪਰ ਹੀ ਜਿਹੜੀ ਉਹ ਟਿਕੀ ਹੋਈ ਹੈ। ਵਾਰਤਕ ਹੁੰਦੀ ਹੈ ਭਾਵਕਤਾ ਤੇ ਜਜ਼ਬਾਤਾਂ ਦੀ ਭਾਸ਼ਾ, ਗਲਤ ਹੈ। ਬੁੱਧੀ ਤੇ ਕਲਪਨਾ ਦੀ ਭਾਸ਼ਾ, ਤਰਕ ਤੇ ਦਲੀਲ ਦੀ ਭਾਸ਼ਾ, ਇਹਨਾਂ ਤਿੰਨਾਂ ਵਿੱਚੋਂ ਕੋਈ ਨਹੀਂ। ਇਹ ਬੁੱਧੀ ਤੇ ਕਲਪਨਾ ਦੀ ਭਾਸ਼ਾ ਵੀ ਨਹੀਂ ਹੁੰਦੀ, ਕਿਉਂਕਿ ਬੁੱਧੀ ਦਾ ਤਾਂ ਸੰਬੰਧ ਜ਼ਰੂਰ ਇਹਦੇ ਨਾਲ ਹੁੰਦਾ ਪਰ ਕਲਪਨਾ ਦਾ ਨਹੀਂ ਹੁੰਦਾ। ਇਹਦੇ ਵਿੱਚ ਹੁੰਦੀ ਤਰਕ ਤੇ ਦਲੀਲ ਦੀ ਭਾਸ਼ਾ। ਤੁਸੀਂ ਗੱਲ ਕਰਨੀ ਹੈਗੀ ਆ ਇਹਦੇ ਵਿੱਚ ਤਰਕ ਤੇ ਦਲੀਲ ਦੀ ਭਾਸ਼ਾ। ਸਾਡਾ ਜਿਹੜਾ ਆਪਸ਼ਨ ਹੈਗਾ ਉਹ ਏੜੀ ਤੁਸੀਂ ਇੱਥੇ ਟਿਕ ਕਰਨਾ, ਦੂਜੇ ਤਿੰਨੇ ਹੀ ਜਿਹੜੇ ਆਪਸ਼ਨ ਹੈਗੇ ਨੇ ਉਹ ਨਹੀਂ ਹੈਗੇ ਇਸ ਸੰਦਰਭ ਦੇ ਵਿੱਚ। ਸੰਰਚਨਾਵਾਦੀ ਪ੍ਰਣਾਲੀ ਬਲ ਦਿੰਦੀ ਹੈ ਰਚਨਾ ਦੇ ਰੂਪ ਉੱਤੇ, ਰਚਨਾ ਦੀ ਗੱਦ ਉੱਤੇ, ਰਚਨਾ ਦੇ ਪ੍ਰਕਾਰਜ ਤੇ ਜਾਂ ਰਚਨਾ ਦੇ ਬਣਤਰ ਉੱਤੇ।
तो रचना ਦੀ ਬਣਤਰ ਉੱਤੇ ਜਿਹੜਾ ਹੈਗਾ ਸਭ ਤੋਂ ਪਹਿਲਾ ਫੋਕਸ ਜਿਹੜਾ ਹੈਗਾ ਉਹਦੇ ਸਟਰਕਚਰ ਤੇ ਦਿੰਦੀ ਹੈਗੀ ਆ, ਉਹਦੇ ਬਣਤਰ ਤੇ, ਕਿਉਂਕਿ ਸੰਰਚਨਾ ਦਾ ਸੰਬੰਧ ਹੀ ਸਟਰਕਚਰ ਦੇ ਨਾਲ ਹੈ, ਉਹਦੀ ਬਣਤਰ ਦੇ ਨਾਲ ਹੈ। ਤੋ ਇਸ ਕਰਕੇ ਜਿਹੜਾ ਉਹਦਾ ਜਦੋਂ ਰੂਪ ਦੇ ਉੱਪਰ ਤਾਂ ਆਟੋਮੈਟਿਕ ਹੀ ਆ ਜਾਣਾ ਜਦੋਂ ਉਹਨੇ ਸਟਰਕਚਰ ਨੂੰ ਦੇਖ ਲਿਆ। ਤੋ ਇਸ ਕਰਕੇ ਇਹਦਾ ਪ੍ਰਾਇਮਰੀ ਹੈਗਾ, ਇੱਥੇ ਸਾਡਾ ਆਪਸ਼ਨ ਜਿਹੜਾ ਹੈ ਅਸੀਂ ਇੱਥੇ ਈਡੀ ਨੂੰ ਚੁਣਨਾ ਹੈਗਾ। ਪੰਜਾਬੀ ਸਾਹਿਤ ਦੇ ਇਤਿਹਾਸ ਦਾ ਸਕ੍ਰਾਂਤੀ ਕਾਲ ਆਖਿਆ ਜਾਂਦਾ ਹੈ। ਤੋ ਸਕ੍ਰਾਂਤੀ ਦਾ ਜਿਹੜਾ ਕਾਲ ਹੈਗਾ ਕਿਸ ਨੂੰ ਆਖਿਆ ਜਾਂਦਾ ਹੈ? ਤੋ ਸਾਡੇ ਕੋਲ ਇਹ ਕੱਲ ਵੀ ਆਇਆ ਸੀ, ਸਕ੍ਰਾਂਤੀ ਇੱਥੇ ਸੁਨਹਿਰੀ ਦੇ ਅਰਥਾਂ ਦਾ ਸੂਚਕ ਹੈਗਾ। ਤੋ ਸਕ੍ਰਾਂਤੀ ਸੰਸਕ੍ਰਿਤ ਦੇ ਵਿੱਚ ਸੰਗਰਾਂਦ ਨੂੰ ਕਹਿੰਦੇ ਨੇ ਵੈਸੇ ਤਾਂ। ਤੋ ਜਿਹੜਾ ਹੈਗਾ ਸੁਨਹਿਰੀ ਕਾਲ ਆਖਿਆ ਜਾਂਦਾ 1857 ਤੋਂ 1900 ਤੱਕ ਦਾ ਜੋ ਸਮਾਂ ਹੈਗਾ ਉਹ ਸਕ੍ਰਾਂਤੀ ਕਾਲ ਹੈਗਾ। ਨੀਂਹ ਤੇ ਉਸਾਰ ਦਾ ਸੰਬੰਧ ਕਿਸ ਆਲੋਚਨਾ ਪ੍ਰਣਾਲੀ ਨਾਲ ਹੈ? ਸਾਡੇ ਕੋਲ ਇੱਥੇ 4 ਆਲੋਚਨਾ ਪ੍ਰਣਾਲੀਆਂ ਨੇ। ਰੂਪਵਾਦੀ ਨਾਲ, ਇਹਦੇ ਨਾਲ ਵੀ ਨਹੀਂ ਹੈਗਾ, ਸੰਰਚਨਾਵਾਦੀ ਨਾਲ ਵੀ ਨਹੀਂ ਹੈ, ਪ੍ਰਯੋਗਵਾਦੀ ਨਾਲ ਵੀ ਨਹੀਂ, ਔਰ ਜਿਹੜਾ ਹੈਗਾ ਪ੍ਰਯੋਗਵਾਦੀ ਇੱਕ ਲਹਿਰ ਹੈ, ਇੱਕ ਕੋਈ ਆਲੋਚਨਾ ਪ੍ਰਣਾਲੀ ਨਹੀਂ ਹੈਗੀ, ਮੂਲ ਰੂਪ ਦੇ ਵਿੱਚ ਇੱਕ ਲਹਿਰ ਹੈਗੀ ਹੈ। ਤਾਂ ਤੋ ਇਹਦਾ ਸੰਬੰਧ ਮਾਰਕਸਿਜ਼ਮ ਨਾਲ ਹੈ। ਉਹਦੇ ਵਿੱਚ ਨੀਂਹ ਤੇ ਉਸਾਰ ਦੀ ਗੱਲ ਕੀਤੀ ਗਈ ਹੈਗੀ ਹੈ ਮਾਰਕਸਵਾਦ ਦੇ ਵਿੱਚ। ਤੁਸੀਂ ਇਹਨੂੰ ਈਡੀ ਨੂੰ ਇੱਥੇ ਟਿਕ ਕਰਨਾ ਜੇ ਕੁਐਸਚਨ ਆਉਂਦਾ ਹੈਗਾ ਤਾਂ। ਫੀਲਡ ਵਿੱਚੋਂ ਡਾਟਾ ਲੈਣ ਲਈ ਮਹੱਤਵਪੂਰਨ ਹੁੰਦਾ ਹੈ। ਜਦੋਂ ਤੁਸੀਂ ਜਦੋਂ ਤੁਹਾਡੇ ਕੋਲੇ ਰਿਸਰਚ ਵਰਕ ਹੁੰਦਾ ਹੈਗਾ, ਰਿਸਰਚ ਵਰਕ ਦੇ ਵਿੱਚ ਤੁਸੀਂ ਆਪਣਾ ਟੌਪਿਕ ਕੋਈ ਕਿਸੇ, ਮੰਨ ਲਓ ਗੱਲ ਕਿ ਤੁਸੀਂ ਲੋਕ ਗੀਤ ਇਕੱਤਰ ਕਰਨੇ ਨੇ ਜਾਂ ਕਿਸੇ ਖੇਤਰ ਦੀ ਭਾਸ਼ਾ ਤੇ ਕੰਮ ਕਰਨਾ ਹੈ, ਉਹਦੇ ਵਿੱਚ ਫੀਲਡ 'ਚ ਤੁਸੀਂ ਜਾਂਦੇ ਹੋ, ਤੁਹਾਡੇ ਕੋਲੇ ਉਹ ਪੁੱਛਦਾ ਕਿ ਕਿਹੜੇ-ਕਿਹੜੇ ਸੰਦ ਹੋਣੇ ਚਾਹੀਦੇ ਨੇ ਜਦੋਂ ਤੁਸੀਂ ਉੱਥੋਂ ਮਸਾਲਾ ਜਾਂ ਡਾਟਾ ਇਕੱਠਾ ਕਰਨਾ, ਜਾਂ ਤੁਸੀਂ ਆਪਣਾ ਸਮਾਨ ਉੱਥੋਂ ਜਿਹੜਾ ਆਪਣਾ ਖੋਜ ਸੰਦਰਭਗਤ ਤੁਹਾਡਾ ਜਿਹੜਾ ਅਧਿਐਨ ਦਾ ਮਸਾਲਾ ਹੈਗਾ ਤੁਸੀਂ ਲੈਣਾ ਹੈਗਾ ਆਪਦਾ ਰਿਸਰਚ ਦਾ, ਤਾਂ ਕਿਹੜੀ-ਕਿਹੜੀ ਚੀਜ਼ ਤੁਹਾਡੇ ਕੋਲੇ ਹੋਣੀ ਚਾਹੀਦੀ ਹੈ? ਉਹ ਕਹਿੰਦਾ ਕਿ ਪ੍ਰਸ਼ਨ ਪੱਤਰ, ਸਾਰਣੀ ਪੱਤਰ, ਕੈਮਰਾ, ਟੇਪ ਰਿਕਾਰਡ, ਸੂਚਕ ਤੇ ਸੁਹਿਰਦਤਾ ਦੀ ਇਮਾਨਦਾਰੀ, ਆਉਣ ਜਾਣ ਦੇ ਸਾਧਨ ਤੇ ਮਾਇਕ ਸਮਰੱਥਾ। ਕਿਹੜੀ ਚੀਜ਼ ਤੁਹਾਨੂੰ ਇਹਨਾਂ ਵਿੱਚੋਂ ਜ਼ਰੂਰੀ ਹੈ? ਦੇਖੋ ਇਹਦੇ ਵਿੱਚੋਂ ਚੀਜ਼ਾਂ ਤੇ ਸਾਰੀਆਂ ਹੀ ਇਹਦੇ ਵਿੱਚ ਕਾਊਂਟ ਕਰਦੀਆਂ ਨੇ। ਜਦੋਂ ਤੁਸੀਂ ਰਿਸਰਚ ਕਰਨ ਵਾਸਤੇ ਕਿਸੇ ਫੀਲਡ 'ਚ ਜਾਂਦੇ ਹੋ, ਇਹ ਤੇ ਆਸਾਨੀ ਨਾਲ ਤੁਸੀਂ ਦੇਖ ਸਕਦੇ ਹੋ ਨਾ, ਇਹਨਾਂ ਸਾਰੀਆਂ ਚੀਜ਼ਾਂ ਦੀ ਜ਼ਰੂਰਤ ਤਾਂ ਹੁੰਦੀ ਹੈ, ਪਰ ਇਹਨਾਂ ਵਿੱਚੋਂ ਪ੍ਰਾਇਮਰੀ ਕੀ ਹੈ? ਇਹਨਾਂ 'ਚੋਂ ਜ਼ਰੂਰੀ ਕਿਹੜੀ ਚੀਜ਼ ਹੈਗੀ ਹੈ? ਪ੍ਰਸ਼ਨ ਪੱਤਰ ਜਾਂ ਸਾਰਣੀ ਨਾ ਵੀ ਹੋਊ ਤਾਂ ਤੁਸੀਂ ਕੰਮ ਚਲਾ ਲਓਗੇ। ਕੈਮਰਾ ਤੁਹਾਡੇ ਕੋਲੇ ਜਾਂ ਟੇਪ ਰਿਕਾਰਡ ਨਾ ਵੀ ਹੋਊ ਤਾਂ ਕੰਮ ਚੱਲ ਜੂਗਾ, ਲਿਖ ਲਓਗੇ ਤੁਸੀਂ ਉੱਥੇ। ਆਉਣ ਜਾਣ ਦੇ ਸਾਧਨ ਤੇ ਮਾਇਕ ਸਮਰੱਥਾ ਹੈਗੀ। ਜੇ ਆਉਣ ਜਾਣ ਦੇ ਸਾਧਨ ਤੋਂ ਇਲਾਵਾ ਤੁਸੀਂ ਸਾਈਕਲ ਤੇ ਵੀ ਜਾ ਸਕਦੇ ਹੋ, ਕੋਈ ਚੱਕਰ ਨਹੀਂ, ਤੁਰ ਕੇ ਵੀ ਜਾ ਸਕਦੇ ਹੋ, ਕਿਸੇ ਨਾਲ ਵੀ ਚੜ੍ਹ ਕੇ ਜਾ ਸਕਦੇ ਹੋ। ਇਹ ਸੈਕੰਡਰੀ ਨੇ ਸਾਰੇ ਦੇ ਸਾਰੇ, ਪਰ ਪ੍ਰਾਇਮਰੀ ਕੀ ਹੈ ਇਹਦੇ ਵਿੱਚ? ਪ੍ਰਾਇਮਰੀ ਹੈ ਕਿ ਸੂਚਕ ਦੀ ਸੁਹਿਰਦਤਾ ਤੇ ਇਮਾਨਦਾਰੀ। ਜਿਹੜਾ ਤੁਹਾਨੂੰ ਗੱਲ ਦੱਸ ਰਿਹਾ ਹੈਗਾ, ਜਿਹੜਾ ਤੁਹਾਨੂੰ ਡਾਟਾ ਕਲੈਕਟ ਕਰਨ ਦੇ ਵਿੱਚ ਤੁਹਾਨੂੰ ਸੂਚਨਾ ਪ੍ਰਦਾਨ ਕਰ ਰਿਹਾ ਹੈਗਾ, ਉਹ ਬੰਦਾ ਬੜੀ ਇਮਾਨਦਾਰੀ ਦੇ ਨਾਲ, ਬੜੀ ਸੁਹਿਰਦਤਾ ਦੇ ਨਾਲ ਜਿਹੜਾ ਹੈਗਾ ਤੁਹਾਡਾ ਡਾਟਾ ਇਕੱਠਾ ਕਰਨ ਦੇ ਵਿੱਚ ਤੁਹਾਡੀ ਮਦਦ ਕਰੇ। ਜੇਕਰ ਮੰਨ ਕੇ ਚੱਲੋ ਕਿ ਤੁਸੀਂ ਸ਼ਬਦ ਭੰਡਾਰ ਇਕੱਤਰ ਕਰ ਰਹੇ ਹੋ ਕਿਸੇ ਫੀਲਡ ਦੇ ਵਿੱਚੋਂ, ਔਰ ਉਹ ਬੰਦਾ ਜਿਹੜਾ ਤੁਹਾਡੇ ਨਾਲ ਕੋਆਪਰੇਟ ਕਰ ਰਿਹਾ ਉੱਥੇ ਉਸ ਢੰਗ ਦੇ ਨਾਲ ਤੁਹਾਨੂੰ ਦੱਸੂਗਾ ਹੀ ਨਹੀਂ, ਤਾਂ ਫਿਰ ਤੁਸੀਂ ਜਿਹੜਾ ਹੈਗਾ ਇਮਾਨਦਾਰੀ ਨਾਲ ਤੁਹਾਡੇ ਨਾਲ ਜਿਹੜਾ ਸਹਿਕਾਰਤਾ ਹੀ ਨਹੀਂ ਕਰੂਗਾ, ਤੇ ਤੁਸੀਂ ਫਿਰ ਉੱਥੋਂ ਡਾਟਾ ਕਿਸ ਪ੍ਰਕਾਰ ਇਕੱਠਾ ਕਰੋਗੇ? ਤਾਂ ਇਸ ਕਰਕੇ ਸਾਡਾ ਆਨਸਰ ਜਿਹੜਾ ਹੈਗਾ ਉਹ ਇੱਥੇ ਈਡੀ ਆਏਗਾ। ਇਸ ਚੀਜ਼ ਨੂੰ ਤੁਸੀਂ ਟਿਕ ਕਰਨਾ ਹੈਗਾ। ਕੁਐਸਚਨ ਨੂੰ ਪੜ੍ਹ ਲਈਦਾ ਹੁੰਦਾ ਹੈ, ਔਰ ਪੜ੍ਹ ਕੇ ਉਹਦੇ ਵਿੱਚੋਂ ਦੇਖੋ ਕਿ ਜਿਹੜੀ ਚੀਜ਼ ਸਭ ਤੋਂ ਜ਼ਿਆਦਾ ਕੇਂਦਰ ਦੇ ਵਿੱਚ ਹੈਗੀ ਆ, ਕੇਂਦਰੀਤਾ ਦੇ ਜਿਹੜੇ ਦੇ ਵਿੱਚ ਚੀਜ਼ ਦੇ ਵਿੱਚ ਵਸੀ ਹੋਈ ਹੈਗੀ ਹੈ, ਕੇਂਦਰਤਾ ਦੇ ਵਿੱਚ, ਉਸ ਚੀਜ਼ ਨੂੰ ਤੁਸੀਂ ਇੱਥੇ ਟਿਕ ਕਰੋ। ਸਾਹਿਤ ਦੀ ਕਾਲ ਵੰਡ ਧਰਮ ਦੇ ਆਧਾਰ ਤੇ ਕਿਸ ਲੇਖਕ ਨੇ ਕੀਤੀ? ਤਾਂ ਆ ਬੰਦੇ ਜਿਹੜੇ ਹੈਗੇ ਨੇ, ਇਹਦੇ ਵਿੱਚੋਂ ਡਾਕਟਰ ਮੋਹਨ ਸਿੰਘ ਦੀਵਾਨਾ, ਇਹਦੀ ਕਿਤਾਬ ਦਾ ਨਾਮ ਹੈ ਦਾ ਹਿਸਟਰੀ ਆਫ ਪੰਜਾਬੀ ਲਿਟਰੇਚਰ। ਦਾ ਹਿਸਟਰੀ ਆਫ ਪੰਜਾਬੀ ਲਿਟਰੇਚਰ, ਇਹ ਇਹਦੀ ਅੰਗਰੇਜ਼ੀ ਦੇ ਵਿੱਚ ਹੈ। ਔਰ ਦੂਸਰੀ ਕਿਤਾਬ ਜਿਹੜੀ ਇਹਦੀ ਹੈਗੀ ਆ ਪੰਜਾਬੀ ਅਦਬ ਦੀ ਮੁਖਤਸਰ ਤਾਰੀਖ। ਮੁਖਤਸਰ ਹੁੰਦਾ ਸੰਖੇਪ, ਸ਼ਾਰਟ, ਬਰੀਫ। ਉਸ ਤੋਂ ਬਾਅਦ ਦੇ ਵਿੱਚ ਮੌਲਾ ਬਖਸ਼ ਕੁਸ਼ਤਾ ਆ ਜਾਂਦਾ ਹੈ। ਇਹਦਾ ਹੈਗਾ ਜਿਹੜਾ ਪੰਜਾਬੀ ਸ਼ਾਇਰਾਂ ਦਾ ਤਜ਼ਕਰਾ, ਤੇ ਇੱਕ ਇਹਦਾ ਹੈਗਾ ਪੰਜਾਬੀ ਸ਼ਾਇਰਾਂ ਦਾ ਤਜ਼ਕਰਾ ਤੇ ਪੰਜਾਬ ਦੇ ਹੀਰੇ। ਦੋ ਇਹਦੀਆਂ ਕਿਤਾਬਾਂ ਇਹਦੇ ਸੰਦਰਭ ਦੇ ਵਿੱਚ ਹੈਗੀਆਂ ਨੇ। ਉਸ ਤੋਂ ਬਾਅਦ ਦੇ ਵਿੱਚ ਹੀਰਾ ਸਿੰਘ ਦਰਦ ਆ ਜਾਂਦਾ ਹੈਗਾ। ਇਹਦੀ ਕਿਤਾਬ ਦਾ ਨਾਮ ਹੈ ਪੰਜਾਬੀ ਸਾਹਿਤ ਦਾ ਇਤਿਹਾਸ। ਸਾਡੀ ਜਿਹੜਾ ਧਰਮ ਦੇ ਆਧਾਰ ਤੇ ਕਾਲਵੰਡ ਕਰਨ ਵਾਲਾ ਹੈਗਾ ਉਹ ਹੈਗਾ ਬਨਾਰਸੀ ਦਾਸ ਜੈਨ। ਇਹਦੀ ਕਿਤਾਬ ਉਰਦੂ ਅੱਖਰਾਂ ਦੇ ਵਿੱਚ ਹੈ, ਪੰਜਾਬੀ ਜ਼ੁਬਾਨ ਤੇ ਉਹਦਾ ਲਿਟਰੇਚਰ। ਉਰਦੂ ਅੱਖਰਾਂ 'ਚ ਇਹਦੀ ਕਿਤਾਬ ਹੈ ਪੰਜਾਬੀ ਜ਼ੁਬਾਨ
ਜ਼ਬਾਨ ਤੇ ਉਹਦਾ ਲਿਟਰੇਚਰ ਉਰਦੂ ਚ ਕਿਤਾਬ ਹੈ ਇਹਦੀ, ਇਹਦੇ ਵਿੱਚ ਇਹਨੇ ਜਿਹੜਾ ਹੈਗਾ ਹੈ ਪੰਜਾਬੀ ਜ਼ਬਾਨ ਤੇ ਉਹਦਾ ਲਿਟਰੇਚਰ, ਉਹਦੇ ਵਿੱਚ ਜਿਹੜੀ ਸਾਹਿਤ ਦੇ ਇਤਿਹਾਸ ਦੀ ਕਾਲ ਵੰਡ ਜਿਹੜੀ ਹੈਗੀ ਆ ਉਹ ਕੀਤੀ ਹੈਗੀ ਇਹਨੇ ਧਰਮ ਦੇ ਆਧਾਰ ਦੇ ਉੱਪਰ, ਬਨਾਰਸੀ ਦਾਸ ਜੈਨ ਨੇ। ਤਾਂ ਸਾਡਾ ਆਪਸ਼ਨ ਜਿਹੜੀ ਹੈਗੀ ਹੈ ਇੱਥੇ ਈੜੀ ਆਏਗੀ। ਕਿਹੜੀ ਆਲੋਚਨਾ ਪ੍ਰਣਾਲੀ ਦਾ ਆਧਾਰ ਦਾਰਸ਼ਨਿਕ ਹੈ? ਸਾਡੇ ਕੋਲ ਇੱਥੇ 4 ਆਲੋਚਨਾ ਪ੍ਰਣਾਲੀਆਂ ਨੇ। ਸਟੈਲਿਟਿਕਸ ਹੈਗੀ ਹੈ, ਇਹ ਵੀ ਦਾਰਸ਼ਨਿਕਤਾ ਦੇ ਉੱਪਰ ਨਹੀਂ ਆਧਾਰਿਤ, ਰੂਪਵਾਦੀ ਵੀ ਨਹੀਂ ਤੇ ਮਨੋਵਿਗਿਆਨਕ ਵੀ ਨਹੀਂ ਹੈਗੀ। ਜਿਹਦਾ ਨਾਂ ਹੀ ਮਨੋਵਿਗਿਆਨਕ ਹੈ ਤੇ ਦਾਰਸ਼ਨਿਕਤਾ ਦੇ ਨਾਲ ਉਹਦਾ ਸੰਬੰਧ ਕੀ ਹੋਣਾ? ਦਾਰਸ਼ਨਿਕਤਾ ਦੇ ਉੱਪਰ, ਫਿਲਾਸਫੀ ਦੇ ਉੱਪਰ ਜਿਹੜੀ ਆਧਾਰਿਤ ਹੈ ਉਹ ਹੈ ਮਾਰਕਸਿਜ਼ਮ। ਇਹ ਦਾਰਸ਼ਨਿਕਤਾ ਦੇ ਨਾਲ ਸੰਬੰਧ ਰੱਖਣ ਵਾਲੀ ਜਿਹੜੀ ਹੈਗੀ ਹੈ ਇਹ ਆਲੋਚਨਾ ਪ੍ਰਣਾਲੀ ਹੈ, ਜਿਹਦੇ ਵਿੱਚ ਸਮਾਜ ਦੀ ਇਕੁਅਲ ਸਮਾਜ ਦੀ ਗੱਲ ਕੀਤੀ ਜਾਂਦੀ ਹੈ, ਜਿਹਦੇ ਵਿੱਚ ਮਨੁੱਖ ਨੂੰ ਜਿਹੜਾ ਭੌਤਿਕ ਮਟੀਰੀਅਲਿਸਟਿਕ ਪਦਾਰਥਵਾਦੀ ਯੁੱਗ ਦੇ ਨਾਲ, ਚੇਤਨਤਾ ਦੇ ਨਾਲ ਜੋੜ ਕੇ ਵੇਖਿਆ ਜਾਂਦਾ ਹੈ। ਤਾਂ ਇਹ ਜਿਹੜੀ ਆਲੋਚਨਾ ਪ੍ਰਣਾਲੀ ਹੈਗੀ ਆ ਉਹ ਇਹਦਾ ਆਧਾਰ ਇੱਕ ਦਾਰਸ਼ਨਿਕ ਹੈਗਾ ਮੂਲ ਰੂਪ ਦੇ ਵਿੱਚ। ਖਾਲਸੇ ਦੀ ਸਾਜਨਾ ਹੋਈ, ਇਹ 4 ਤਰੀਕਾਂ ਸਾਡੇ ਸਨਮੁਖ ਆਉਂਦੀਆਂ ਹੈਗੀਆਂ ਨੇ। ਇਹਦੇ ਵਿੱਚੋਂ ਸਾਨੂੰ ਪੁੱਛਿਆ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹੜੀ ਤਰੀਕ ਨੂੰ ਜਿਹੜਾ ਸੀਗਾ ਖਾਲਸਾ ਪੰਥ ਦੀ ਜਿਹੜੀ ਸੀ ਉਹ ਸਥਾਪਨਾ ਕੀਤੀ ਸੀਗੀ। ਤੋ ਇੱਕ ਚੀਜ਼ ਇਹ ਤੇ ਬੜਾ ਕਲੀਅਰ ਹੈਗਾ, ਤਕਰੀਬਨ 95% ਜਿਹੜੇ ਪੰਜਾਬੀ ਬੱਚੇ ਹੈਗੇ ਨੇ, ਵਿਦਿਆਰਥੀ ਹੈਗੇ ਨੇ, ਉਹ ਇਸ ਚੀਜ਼ ਨੂੰ ਜਾਣਦੇ ਹੈਗੇ ਨੇ। ਪਰ ਇੱਥੇ ਕਲੀਅਰ ਹੈ ਇਹ 4 ਤਰੀਕਾਂ ਹੀ ਬੜੀਆਂ ਮਹੱਤਵਪੂਰਨ ਨੇ ਇੱਥੇ ਜਿਹੜੇ ਦਿੱਤੀਆਂ ਹੋਈਆਂ ਨੇ ਸਿੱਖ ਧਰਮ ਦੇ ਵਿੱਚ। 1469 ਦੇ ਵਿੱਚ ਗੁਰੂ ਨਾਨਕ ਸਾਹਿਬ ਦਾ ਜਨਮ ਹੋਇਆ ਹੈ। ਇਹਦੇ ਵਿੱਚੋਂ ਇਹ ਮੈਂ ਦੱਸ ਦਿਆਂ, ਗੁਰੂ ਨਾਨਕ ਸਾਹਿਬ ਦਾ ਜਨਮ ਦਿਨ ਹੋਇਆ, ਜਨਮ ਦਾ ਸਾਲ ਹੈ 1469। 1604 ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੰਪਾਦਨਾ ਹੋਈ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਆਪਣੀ ਜਿਹੜੀ ਸੰਪਾਦਨਾ ਗੁਰੂ ਅਰਜਨ ਦੇਵ ਜੀ ਮਹਾਰਾਜ ਵੱਲੋਂ ਕੀਤੀ ਗਈ ਹੈ। ਸਾਡਾ ਇਹ ਆਨਸਰ ਜਿਹੜਾ ਹੈਗਾ ਇਹ ਆ ਬਣਦਾ ਹੈਗਾ। 1699 ਨੂੰ ਖਾਲਸੇ ਦੀ ਸਾਜਨਾ ਹੋਈ ਹੈ ਵਿਸਾਖੀ ਵਾਲੇ ਦਿਨ, ਤਖਤ ਸ੍ਰੀ ਕੇਸਗੜ੍ਹ ਸਾਹਿਬ ਆਨੰਦਪੁਰ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋਂ। ਔਰ 1708 ਈਸਵੀ ਦੇ ਵਿੱਚ ਅਬਚਲ ਨਗਰ ਨਾਂਦੇੜ ਮਹਾਰਾਸ਼ਟਰ ਦੇ ਵਿੱਚ, ਮਹਾਰਾਸ਼ਟਰ ਵਿਖੇ, ਜਿਹਨੂੰ ਤੁਸੀਂ ਹਜੂਰ ਸਾਹਿਬ ਅੱਜ ਅਸੀਂ ਕਹਿੰਦੇ ਆ, ਮਹਾਰਾਸ਼ਟਰ ਵਿਖੇ ਸਰਹੰਦ ਦੇ ਨਵਾਬ ਵਜ਼ੀਰ ਖਾਨ ਦੇ ਭੇਜੇ ਹੋਏ 2 ਪਠਾਣਾਂ ਨੇ 1708 ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਉੱਪਰ ਛੁਰੇ ਨਾਲ ਹਮਲਾ ਕਰਕੇ ਉਹਨਾਂ ਨੂੰ ਜ਼ਖਮੀ ਕਰ ਦਿੱਤਾ ਤੇ ਉਸ ਤੋਂ ਬਾਅਦ ਜਿਹੜਾ ਸੀਗਾ ਉਹ ਸਵਰਗ ਜਾਂ ਸੁਧਾਰ ਗਏ ਜਾਂ ਉਹ ਜੋਤੀ ਜੋਤ ਸਮਾ ਗਏ ਸੀਗੇ। ਤੋ 4 ਤਰੀਕਾਂ ਇਸ ਕਰਕੇ ਮਹੱਤਵਪੂਰਨ ਰੂਪ ਦੇ ਵਿੱਚ ਸਿੱਖ ਧਰਮ ਦੇ ਦੀਆਂ ਜਿਹੜੀਆਂ ਇਤਿਹਾਸਕ ਤਰੀਕਾਂ ਹੈਗੀਆਂ ਉਹ ਇੱਥੇ ਦੱਸੀਆਂ ਗਈਆਂ। ਕਰੈਕਟ ਸਾਡਾ ਆਨਸਰ 1699 ਹੈ। ਬਾਕੀ ਤਰੀਕਾਂ ਨੂੰ ਇਹ ਕੰਮ ਸਿੱਖ ਇਤਿਹਾਸ ਦੇ ਵਿੱਚ ਜਿਹੜਾ ਸੀਗਾ ਉਹ ਹੋਇਆ ਸੀਗਾ। ਪੰਜਾਬ ਦੇ ਹੀਰੇ ਪੁਸਤਕ ਦਾ ਲੇਖਕ ਹੈ, ਇਹ ਮੈਂ ਪਹਿਲਾਂ ਹੀ ਦੱਸ ਚੁੱਕਿਆ ਕਿ ਇਹਦਾ ਜਿਹੜਾ ਲੇਖਕ ਹੈਗਾ ਉਹ ਹੈ ਮੌਲਾ ਬਖਸ਼ ਕੁਸ਼ਤਾ। ਇਹਦੀ ਹਿਸਟਰੀ ਆਫ ਪੰਜਾਬੀ ਲਿਟਰੇਚਰ ਨਾਲ ਸੰਬੰਧਿਤ ਪੁਸਤਕ ਹੈਗੀ ਹੈ। ਇਹ ਮੌਲਾ ਬਖਸ਼ ਕੁਸ਼ਤਾ, ਅੰਮ੍ਰਿਤਸਰੀ ਵੀ ਇਹਨੂੰ ਕਹਿੰਦੇ ਆ, ਇਹ ਉਹਦੀ ਕਿਤਾਬ ਹੈਗੀ ਆ ਜਿਹੜੀ ਹਿਸਟਰੀ ਆਫ ਪੰਜਾਬੀ ਲਿਟਰੇਚਰ ਨਾਲ ਜਿਹਦਾ ਸੰਬੰਧ ਹੈਗਾ। ਸੱਭਿਆਚਾਰ ਵਿੱਚ ਕੀ ਹੁੰਦਾ ਹੈਗਾ? ਪਰਿਵਰਤਨਸ਼ੀਲਤਾ ਹੁੰਦੀ ਹੈ, ਕਠੋਰਤਾ ਹੁੰਦੀ ਹੈ, ਖੜੋਤ ਹੁੰਦੀ ਹੈ ਜਾਂ ਗਤੀਹੀਣਤਾ ਹੁੰਦੀ ਹੈ। ਸੱਭਿਆਚਾਰ ਵਿੱਚ ਨਾ ਤਾਂ ਕੋਈ ਕਠੋਰਤਾ ਹੁੰਦੀ ਹੈ, ਨਾ ਕੋਈ ਖੜੋਤ ਹੁੰਦੀ ਹੈ ਤੇ ਨਾ ਹੀ ਗਤੀਹੀਣਤਾ ਹੁੰਦੀ ਹੈ। ਸੱਭਿਆਚਾਰ ਕਠੋਰ ਨਹੀਂ ਹੁੰਦਾ ਕੋਈ ਵੀ ਸੱਭਿਆਚਾਰ। ਹੁਣ ਮੰਨ ਕੇ ਚੱਲੋ ਜੇ ਤੁਸੀਂ ਵੈਸਟਰਨ ਸੱਭਿਆਚਾਰ ਨੂੰ ਫੋਲੋ ਕਰ ਰਹੇ ਹੋ ਤੇ ਕੋਈ ਕਠੋਰ ਹੈ? ਉਹ ਕੋਈ ਕਠੋਰ ਨਹੀਂ। ਜਾਂ ਉਹ ਸਾਡੇ ਸੱਭਿਆਚਾਰ ਨੂੰ ਫੋਲੋ ਕਰ ਰਹੇ ਨੇ, ਕੋਈ ਕਠੋਰਤਾ ਹੈ ਇਹਦੇ ਵਿੱਚ? ਕੋਈ ਕਠੋਰਤਾ ਨਹੀਂ। ਤੇ ਨਾ ਹੀ ਕੋਈ ਖੜੋਤ ਹੁੰਦੀ ਹੈ। ਸੱਭਿਆਚਾਰ ਨਿਰੰਤਰ ਜਿਹੜਾ ਹੈਗਾ ਉਹ ਵਿਕਾਸ ਕਰਦਾ ਰਹਿੰਦਾ ਹੈ, ਨਿਰੰਤਰ ਉਹਦੇ ਵਿੱਚ ਪਰਿਵਰਤਨਸ਼ੀਲਤਾ ਰਹਿੰਦੀ ਹੈ ਤੇ ਨਾ ਹੀ ਉਹਦੇ ਵਿੱਚ ਗਤੀਹੀਣਤਾ ਹੁੰਦੀ ਹੈ। ਸੱਭਿਆਚਾਰ ਆਪਣੀ ਗਤੀ ਤੋਂ ਨਹੀਂ ਭਟਕਦਾ, ਲੋਕ ਭਟਕ ਜਾਂਦੇ ਨੇ। ਅਕਸਰ ਲੋਕ ਗਤੀਹੀਣ ਹੋ ਜਾਂਦੇ ਨੇ ਪਰ ਸੱਭਿਆਚਾਰ ਕਦੇ ਵੀ ਆਪਣੀ ਗਤੀ ਤੋਂ ਜਿਹੜਾ ਹੈਗਾ ਉਹ ਵਿਛੁੰਨ ਨਹੀਂ ਹੁੰਦਾ। ਇਸ ਕਰਕੇ ਜਿਹੜੇ ਥੱਲੇ ਵਾਲੇ 3 ਜਿਹੜੇ ਹੈਗੇ ਨੇ ਇਹ ਨਹੀਂ ਹੈਗੇ। ਤਾਂ ਸੱਭਿਆਚਾਰ ਵਿੱਚ ਪਰਿਵਰਤਨਸ਼ੀਲਤਾ ਹੁੰਦੀ ਹੈਗੀ ਹੈ। ਸਮੇਂ ਦੇ ਨਾਲ ਸੱਭਿਆਚਾਰ ਜਿਹੜਾ ਹੈਗਾ ਉਹ ਬਦਲਦਾ ਰਹਿੰਦਾ ਹੈਗਾ। ਪੰਜਾਬੀ ਸੱਭਿਆਚਾਰ ਦਾ ਨਾਮਕਰਨ ਕਿਸ ਪ੍ਰਭਾਵ ਦਾ ਸੂਚਕ ਹੈ? ਤੋ ਪੰਜਾਬੀ ਦੇ ਉੱਪਰ ਸਭ ਤੋਂ ਵੱਡੀ ਗੱਲ ਅਹਿਮ ਜਿਹੜੀ ਹੈਗੀ ਹੈ ਕਿ ਜਦੋਂ ਤੁਸੀਂ ਪੰਜਾਬ ਦਾ ਜਿਓਗ੍ਰਾਫੀਕਲ ਜਿਹੜਾ ਉਹਦਾ ਸਟੇਟਸ ਦੇਖੋਗੇ, ਉਹਦੀ ਜਿਹੜੀ ਸੈਟਲ ਦੇਖੋਗੇ, ਭੂਗੋਲਿਕ ਪੱਧਰ ਦੇ ਉੱਪਰ ਪੰਜਾਬ ਕਿਵੇਂ ਸੈੱਟ ਹੈਗਾ, ਤੇ ਤੁਸੀਂ ਦੇਖੋਗੇ ਕਿ ਹਿੰਦੁਸਤਾਨ ਦਾ ਜਿਹੜਾ ਨਕਸ਼ਾ ਹੈਗਾ ਉਹਦੇ ਵਿੱਚ ਅੱਧੇ ਤੋਂ ਜ਼ਿਆਦਾ ਹਿੰਦੁਸਤਾਨ ਜਿਹੜਾ ਅਰਬ ਸਾਗਰ ਦੇ ਵਿੱਚ ਤੇ ਬੰਗਾਲ ਦੀ ਖਾੜੀ ਦੇ ਵਿੱਚ ਜਿਹੜਾ ਸਮੁੰਦਰ ਦੇ ਵਿੱਚ ਹੈਗਾ।
ਔਰ ਇੱਕ ਸਾਈਡ ਜਿਹੜੀ ਹੈਗੀ ਆ ਲਦਾਖ ਤੋਂ ਲੈ ਕਰਕੇ ਜਿਹੜਾ ਹੈ ਅਸਾਮ ਤੱਕ ਇੱਕ ਸਾਈਡ ਹਿਮਾਲਿਆ ਪਰਬਤ ਨੇ ਉਹਨੂੰ ਜਿਹੜਾ ਕਵਰ ਕੀਤਾ ਹੋਇਆ, ਉਹ ਉਹਦਾ ਇੱਕ ਪ੍ਰਕਾਰ ਦੀ ਡਿਫੈਂਸ ਹੈਗੀ ਆ। ਬਹੁਤ ਵੱਡੇ ਪਰਬਤ ਨੇ ਹਿਮਾਲਿਆ ਪਰਬਤ, ਉਹਦੀ ਡਿਫੈਂਸ ਦੇ ਵਿੱਚ ਖੜੇ ਨੇ। ਔਰ ਇੱਕ ਸਾਈਡ ਜਿਹੜੀ ਹੈਗੀ ਹੈ ਮੱਧ ਏਸ਼ੀਆ ਦੇ ਨਾਲ ਪੰਜਾਬ ਹਿੰਦੁਸਤਾਨ ਨੂੰ ਜੋੜਦੀ ਹੈਗੀ ਹੈ। ਜਿਹੜਾ ਪੰਜਾਬ ਹੈ ਮੂਲ ਰੂਪ ਦੇ ਵਿੱਚ ਖੈਬਰ ਟੋਚੀ, ਬੁਲਾਨ, ਕੁਰਮ, ਰੋਹਤਾਂਸ ਦੇ ਜਿਹੜੇ ਦਰੇ ਹੈਗੇ ਨੇ, ਦਰਾ ਹੁੰਦਾ ਇੱਕ ਨੈਚੁਰਲ ਵੇ ਹੁੰਦਾ ਹੈ ਦੋ ਪਰਬਤਾਂ ਦੇ ਵਿਚਕਾਰ, ਤੋਂ ਉਹਨੂੰ ਲੇ ਕਹਿੰਦੇ ਨੇ ਅੰਗਰੇਜ਼ੀ ਦੇ ਵਿੱਚ। ਤੋਂ ਉਹ ਦਰਿਆਂ ਵਿੱਚ ਦੀ ਹਮਲਾਵਰ ਵੱਖ-ਵੱਖ ਸਮਿਆਂ ਦੇ ਉੱਪਰੋਂ ਵਿੱਚੋਂ ਲੰਘ ਕੇ ਜਿਹੜੇ ਹਿੰਦੁਸਤਾਨ ਦੇ ਵਿੱਚ ਆਉਂਦੇ ਰਹੇ ਨੇ ਔਰ ਹਿੰਦੁਸਤਾਨ ਦੇ ਧਨ ਮਾਲ ਨੂੰ ਲੁੱਟਦੇ ਵੀ ਰਹੇ ਨੇ ਔਰ ਇੱਥੇ ਜਿਹੜਾ ਆਪਣਾ ਰਾਜ ਵੀ ਸਥਾਪਿਤ ਕਰਦੇ ਰਹੇ ਨੇ। ਤੋਂ ਜ਼ਿਆਦਾ ਸਮਾਂ ਜਿਹੜਾ ਹੈਗਾ ਉਹ ਸਾਮੀ ਜਿਹੜੇ ਕਲਚਰ ਦਾ ਇਹਦੇ ਤੇ ਪ੍ਰਭਾਵ ਹਿੰਦੁਸਤਾਨ ਤੇ ਆਪਣੇ ਪੰਜਾਬ ਤੇ ਪਿਆ ਹੈਗਾ, ਕਿਉਂਕਿ 1792 ਤੋਂ ਲੈ ਕੇ ਮੁਹੰਮਦ ਬਿਨ ਕਾਸਿਮ ਤੋਂ ਲੈ ਕੇ 1857 ਤੱਕ ਹਿੰਦੁਸਤਾਨ ਦੇ ਉੱਪਰ ਲਗਭਗ ਕੋਈ 1100-1150 ਸਾਲ ਜਿਹੜਾ ਹੈਗਾ ਹੈ ਉਹ ਮੁਗਲ ਸ਼ਾਸਕਾਂ ਦਾ ਰੂਲ ਰਿਹਾ ਹੈਗਾ, ਮੁਸਲਮਾਨਾਂ ਦਾ ਰਾਜ ਰਿਹਾ ਹੈਗਾ। ਤੋਂ ਇਸ ਕਰਕੇ ਇਹਦੇ ਪੰਜਾਬ ਦੇ ਸੱਭਿਆਚਾਰ ਦੇ ਉੱਪਰ ਸਭ ਤੋਂ ਜ਼ਿਆਦਾ ਮੈਨੂੰ ਲੱਗਦਾ ਹੈਗਾ ਕਿ 85% ਪ੍ਰਭਾਵ ਜਿਹੜਾ ਹੈਗਾ ਉਹ ਆਪਣਾ ਫਾਰਸੀ ਸੱਭਿਆਚਾਰ ਦਾ ਪਿਆ ਹੈਗਾ, ਕਿਉਂਕਿ ਨਾ ਹੀ ਪੰਜਾਬੀ ਦਾ ਫਾਰਸੀ ਵਿੱਚ ਹੈ। ਤੋਂ ਜਿਹਦਾ ਨਾ ਹੀ ਫਾਰਸੀ ਵਿੱਚ ਹੋਵੇ ਤੇ ਪ੍ਰਭਾਵ ਤਾਂ ਉਹਦੇ ਤੇ ਪੈਣਾ ਤੇ ਅਨਿਵਾਰੀ ਹੀ ਹੈਗਾ। ਤੋਂ ਇਸ ਕਰਕੇ ਜਿਹੜਾ ਹੈਗਾ ਸੰਸਕ੍ਰਿਤ ਦਾ ਪ੍ਰਭਾਵ, ਹਾਂ ਇਹ ਜ਼ਰੂਰ ਹੈਗਾ, ਇੱਕ ਗੱਲ ਯਾਦ ਰੱਖਣ ਵਾਲੀ ਇੱਥੇ ਇਹ ਵੀ ਹੈ ਕਿ ਸਾਰੇ ਵੇਦ ਜਿਹੜੇ ਹੈਗੇ ਨੇ ਉਹ ਪੰਜਾਬ ਦੀ ਧਰਤੀ ਤੇ ਲਿਖੇ ਗਏ ਨੇ। ਕਾਵਿ ਸ਼ਾਸਤਰ ਦੀਆਂ ਜਿੰਨੇ ਵੀ ਸਕੂਲ ਹੈਗੇ ਨੇ ਆਚਾਰੀਆ ਦੰਡੀ ਨੂੰ ਛੱਡ ਕੇ, ਉਹ ਸਾਰੇ ਦੇ ਸਾਰੇ ਕਸ਼ਮੀਰ ਦੇ ਵਿੱਚ, ਕਿਉਂਕਿ ਕਸ਼ਮੀਰ ਵੀ ਉਸ ਵੇਲੇ ਪੰਜਾਬ ਦਾ ਹੀ ਇੱਕ ਪਾਰਟ ਸੀਗਾ, ਤੋਂ ਪੰਜਾਬ ਦੀ ਧਰਤੀ ਤੇ ਲਿਖੇ ਗਏ ਨੇ। ਜਿੰਨੀਆਂ ਗ੍ਰਾਮਰਾਂ ਨੇ, ਭਾਵੇਂ ਸ਼੍ਰੀਮਦ ਭੱਟ ਦੀਕਸ਼ਤ ਹੈਗਾ, ਭਾਵੇਂ ਪਾਣਨੀ ਹੈਗਾ, ਭਾਵੇਂ ਮਹਾਭਾਸ਼ਾਕਾਰ ਪਤੰਜਲੀ ਹੈਗਾ, ਭਾਵੇਂ ਜਿਹੜਾ ਹੈਗਾ ਅੱਪਾ ਦੀਕਸ਼ਤ ਹੈਗਾ, ਭਾਵੇਂ ਕਾਤੇਜਾਨ ਹੈ, ਉਹ ਸਾਰਿਆਂ ਨੇ ਜਿਹੜੀਆਂ ਗ੍ਰਾਮਰਾਂ ਵੀ ਪੰਜਾਬ ਦੀ ਧਰਤੀ ਤੇ ਹੀ ਸੰਸਕ੍ਰਿਤ ਦੀਆਂ ਲਿਖੀਆਂ ਹੈਗੀਆਂ ਨਾ। ਤੋਂ ਵੇਦਾਂ ਦੀ ਰਚਨਾ ਵੀ ਜਿਹੜੀ ਹੈਗੀ ਆ ਉਹ ਪੰਜਾਬ 'ਚ ਕੀਤੀ ਗਈ ਹੈ। ਵੇਦਾਂ ਦੇ ਵਿੱਚ ਆਪਣੇ ਗ੍ਰੰਥਾਂ ਦੇ ਆਪਣੇ ਸ਼ਾਸਤਰ ਦੇ ਵਿੱਚ ਨਾਮ ਸੰਸਕ੍ਰਿਤ 'ਚ ਆਉਂਦੇ ਨੇ, ਸ਼ਤਦਰੂ, ਵਿਪਾਸ਼ਾ, ਪਰੁਸ਼ਨੀ, ਚੰਦਰਭਾਗਾ। ਤੋਂ ਇਹਨਾਂ ਦੇ ਨਾਂ ਸੰਸਕ੍ਰਿਤ ਦੇ ਵਿੱਚ ਦਿੱਤੇ ਗਏ ਹੈਗੇ ਨੇ। ਤਾਂ ਇਸ ਪ੍ਰਕਾਰ ਮੂਲ ਰੂਪ ਦੇ ਵਿੱਚ ਆਪਣਾ ਸੰਸਕ੍ਰਿਤ ਦਾ ਪ੍ਰਭਾਵ ਤੇ ਪਿਆ ਹੀ ਹੈਗਾ, ਪਰ ਉਸ ਪੱਧਰ ਦਾ ਪ੍ਰਭਾਵ ਨਹੀਂ ਪਿਆ ਹੈਗਾ ਜਿਹੜਾ ਕਿ ਫਾਰਸੀ ਸੱਭਿਆਚਾਰ ਦਾ ਪ੍ਰਭਾਵ ਪਿਆ ਹੈਗਾ। ਫਾਰਸੀ ਸੱਭਿਆਚਾਰ ਦਾ ਪ੍ਰਭਾਵ ਅੱਜ ਤੱਕ ਸਿਰਜਿਆ ਹੋਇਆ ਹੈ। ਫਾਰਸੀ ਸੱਭਿਆਚਾਰ ਨੇ ਬਹੁਤ ਵੱਡਾ ਤੇ ਗੂੜ ਪ੍ਰਭਾਵ ਪਾਇਆ। ਹਾਲਾਂਕਿ ਪ੍ਰਭਾਵ ਤੇ ਸੰਸਕ੍ਰਿਤ ਤੇ ਆਰੀਆ ਦਾ ਵੀ ਪਿਆ ਹੈਗਾ, ਪਰੰਤੂ ਉਸ ਪੱਧਰ ਦਾ ਨਹੀਂ, ਕਿਉਂਕਿ ਪੁਰਾਣਾ ਸਮਾਂ ਸੀਗਾ। ਉਹ 5-6 ਹਜ਼ਾਰ ਸਾਲ ਪਹਿਲਾਂ ਦਾ ਸਮਾਂ ਸੀ, ਉਹ ਬੀਤ ਗਿਆ। ਔਰ ਸਮੇਂ ਦੇ ਨਾਲ ਅਸੀਂ ਪਹਿਲਾਂ ਗੱਲ ਕਰਕੇ ਹਟੇ ਹੈਗੇ ਆ ਕਿ ਸੱਭਿਆਚਾਰ ਦੇ ਵਿੱਚ ਪਰਿਵਰਤਨਸ਼ੀਲਤਾ ਹੁੰਦੀ ਹੈ, ਸੱਭਿਆਚਾਰ ਦੇ ਵਿੱਚ ਪਰਿਵਰਤਨ ਹੁੰਦਾ ਰਹਿੰਦਾ ਸਮੇਂ ਦੇ ਨਾਲ। ਤੋਂ ਇਸ ਕਰਕੇ ਜਿਹੜਾ ਹੈਗਾ ਇਹਦੇ ਤੇ ਪ੍ਰਭਾਵ ਜਿਹੜਾ ਹੈਗਾ ਉਹ ਫਾਰਸੀ ਦਾ ਜ਼ਿਆਦਾ ਪਿਆ ਹੈਗਾ। ਟਰਕੀ ਦੇ ਕੁਝ ਜੇ ਭਾਸ਼ਾ ਦੀ ਗੱਲ ਕਰੀਏ ਤੇ ਟਰਕੀ ਅਰਬੀ ਦੇ ਵੀ ਸ਼ਬਦ ਪੰਜਾਬੀ ਦੇ ਵਿੱਚ ਮਿਲਦੇ ਹੈਗੇ ਨੇ, ਆਮ ਮਿਲਦੇ ਹੈਗੇ ਨੇ, ਪਰੰਤੂ ਜ਼ਿਆਦਾ ਪ੍ਰਭਾਵ ਜਿਹੜਾ ਹੈਗਾ ਉਹ ਫਾਰਸੀ ਸੱਭਿਆਚਾਰ ਦਾ ਇੱਥੇ ਜ਼ਿਆਦਾ ਪਿਆ। ਸਾਡੇ ਪਹਿਰਾਵੇ ਤੇ, ਸਾਡੀ ਖਾਣ ਪੀਣ ਤੇ, ਸਾਡੇ ਰਹਿਣ ਸਹਿਣ ਤੇ, ਸਾਡੇ ਬੋਲ ਬਾਣੀ ਦੇ ਉੱਪਰ, ਸਾਡੇ ਜਿਹੜਾ ਹੈਗਾ ਭਾਸ਼ਾ ਦੇ ਉੱਪਰ ਫਾਰਸੀ ਦਾ ਪ੍ਰਭਾਵ ਸਭ ਤੋਂ ਪ੍ਰਤੱਸ਼ਟ ਰੂਪ ਦੇ ਵਿੱਚ ਸਾਨੂੰ ਦਿਖਾਈ ਦਿੰਦਾ ਹੈਗਾ। ਪੁਰਾਤੱਤਵ ਵਿਗਿਆਨੀਆਂ ਨੂੰ ਸਿੰਧੂ ਘਾਟੀ ਦੀ ਸੱਭਿਅਤਾ ਦੀ ਲੱਭਤ ਕਦੋਂ ਹੋਈ? ਇੱਥੇ ਸਾਡੇ ਕੋਲੇ ਜਿਹੜੇ ਹੈਗੇ ਨੇ 4 ਆਪਸ਼ਨ ਨੇ। ਤੋਂ ਇਹਦੇ ਵਿੱਚ ਜਿਹੜਾ ਸਹੀ ਆਪਸ਼ਨ ਹੈਗਾ ਉਹ ਹੈ 1922। ਆਰ ਡੀ ਬੈਨਰਜੀ ਤੇ ਇਹਦਾ ਪੂਰਾ ਨਾਮ ਹੈ ਰਾਖਲਦਾਸ ਬੈਨਰਜੀ ਤੇ ਮਜੂਮਦਾਰ, ਪ੍ਰੋਫੈਸਰ ਮਜੂਮਦਾਰ ਜਿਹੜੇ ਸੀਗੇ, ਉਹਨਾਂ ਨੇ ਜਿਹੜਾ ਸੀਗਾ ਇਸ ਦੀ ਖੁਦਵਾਈ ਕਰਵਾਈ ਸੀਗੀ। ਔਰ ਇਹਦੇ ਜਿਹੜੇ ਕੇਂਦਰ ਸੀਗੇ, ਜਿਹੜੇ ਮੁੱਖ ਕੇਂਦਰ ਹੈਗੇ ਨੇ, ਪਾਕਿਸਤਾਨ ਦੇ ਵਿੱਚ ਮਹਨਜੋਦੜੋ ਤੇ ਹੜੱਪਾ, ਤੇ ਹਿੰਦੁਸਤਾਨ ਦੇ ਵਿੱਚ ਜਿਹੜਾ ਪੀਲੀਬੰਗਾ, ਤੇ ਇਹਦਾ ਜਿਹੜਾ ਰੋਪੜ ਜ਼ਿਲ੍ਹੇ ਦਾ ਇੱਕ ਪਿੰਡ ਹੈਗਾ ਸੰਘੋਲ, ਇੱਥੋਂ ਤੱਕ ਜਿਹੜਾ ਇਹਦਾ ਕੇਂਦਰ ਫੈਲਿਆ ਹੋਇਆ ਸੀਗਾ। ਬੜਾ ਪੁਰਾਤਨ ਹੈ ਇਹ, ਅਮਰੀਕਾ ਦੀ ਮਾਇਆ ਤੇ ਜਿਹੜੀ ਚੀਨ ਦੀ ਸੱਭਿਅਤਾ ਜਿਹੜੀ ਹੈਗੀ ਆ ਉਹਦੇ ਸਮਵਿੱਥ ਹੀ ਹਿੰਦੁਸਤਾਨ ਦੇ ਵਿੱਚ ਉਤਕ੍ਰਿਸ਼ਟ ਜਿਹੜੀ ਸੱਭਿਅਤਾ ਸੀ, ਸ਼ਹਿਰੀ ਸੱਭਿਅਤਾ ਸੀਗੀ, ਸਿਵਿਲਾਈਜੇਸ਼ਨ ਸੀਗੀ, ਇਹ ਆਪਣੀ ਜਿਹੜੀ ਸੀਗੀ ਇਸਨੇ ਆਪਣਾ ਵਿਕਾਸ ਕੀਤਾ ਹੈ। ਤੋਂ ਇਹਦੀ ਜਿਹੜੀ ਖੁਦਾਈ ਸੀ ਉਹ 1921-22 ਦੇ ਵਿੱਚ ਕਰਵਾਈ ਗਈ ਸੀਗੀ। ਆਰੀਆ ਤੋਂ ਪਹਿਲਾਂ ਪੰਜਾਬ ਵਿੱਚ ਕਿਹੜੇ ਲੋਕ ਵਸਦੇ ਸਨ? ਤੋਂ ਸ਼ਕ ਹਮਲਾਵਰ ਸੀਗੇ, ਹੂਣ ਵੀ ਹਮਲਾਵਰ ਸੀ ਤੇ ਯੂਨਾਨੀ ਵੀ ਹਮਲਾਵਰ ਸੀ। ਇਹ ਤਿੰਨੇ ਹੀ ਹਮਲਾਵਰ ਸੀਗੇ, ਕਿਉਂਕਿ ਜਿਹੜੇ ਸ਼ਕ ਸੀਗੇ ਇਹ ਚੰਦਰਗੁਪਤ ਵਿਕਰਮਾਦਿੱਤ ਪਹਿਲੇ ਸਮੇਂ ਹਮਲਾ ਕਰਦੇ ਰਹੇ ਨੇ। ਚੰਦਰਗੁਪਤ ਵਿਕਰਮਾਦਿੱਤ ਦੇ ਸਮੇਂ ਜਿਹੜਾ ਹੂਣਾ ਨੇ ਹਮਲਾ ਕੀਤਾ ਹੈਗਾ, ਹੂਣਾ ਦਾ ਜਿਹੜੇ ਹਮਲੇ ਹੈਗੇ ਨੇ ਇਹ
ਇਹ ਵੀ ਗੁਪਤ ਸਾਮਰਾਜ ਦੇ ਸਮੇਂ ਸਕੰਦ ਗੁਪਤ ਤੇ ਸਮੁੰਦਰ ਗੁਪਤ ਦੇ ਸਮੇਂ ਹਮਲੇ ਹੋਏ ਹੈਗੇ ਨੇ ਸ਼ਾਕਾਂ ਤੋਂ ਬਾਅਦ ਦੇ ਵਿੱਚ। ਤੇ ਯੂਨਾਨੀਆਂ ਨੇ ਜਿਹੜਾ ਹਮਲਾ ਹੈਗਾ ਇਹ ਪੋਰਸ ਦੇ ਸਮੇਂ ਸਿਕੰਦਰ ਦੇ ਨੇਤਰਤਵ ਦੇ ਵਿੱਚ ਕੀਤਾ ਸੀਗਾ ਹਮਲਾ 326 ਈਸਾ ਪੂਰਵ ਦੇ ਵਿੱਚ। ਈਸਾ ਤੋਂ ਜਾਣੀ ਕਿ 326 ਸਾਲ ਪਹਿਲਾਂ ਇਹ ਹਮਲਾ ਕੀਤਾ ਸੀਗਾ। ਇਹਦਾ ਇੱਕ ਬੰਦਾ ਇੱਥੇ ਸਲਿਊਕਸ ਇੱਥੇ ਰਹਿ ਗਿਆ ਸੀ। ਸਲਿਊਕਸ ਨੇ ਆਪਣੀ ਧੀ ਹੈਲਨ ਦਾ ਵਿਆਹ ਚੰਦਰਗੁਪਤ ਮੌਰੀਆ ਪਹਿਲੇ ਨਾਲ ਕੀਤਾ ਸੀਗਾ। ਤੋ ਚੰਦਰਗੁਪਤ ਮੌਰੀਆ ਪਹਿਲਾ ਔਰ ਪੋਰਸ ਉਸ ਵੇਲੇ ਜਿਹੜਾ ਪੰਜਾਬ ਦਾ ਰਾਜਾ ਸੀਗਾ। ਤੋ ਇਹਦੀ ਇੱਕ ਕਿਤਾਬ ਹੈਗੀ ਆ ਇਹਦੇ ਜਿਹਦਾ ਜ਼ਿਕਰ ਮਿਲਦਾ ਹੈਗਾ ਅਲ ਹਿੰਦ ਅਲ ਬਰੂਨੀ ਦੀ ਕਿਤਾਬ ਹੈ ਅਲ ਹਿੰਦ। ਉਹਦੇ ਵਿੱਚ ਇਹਦੇ ਬਾਰੇ ਯੂਨਾਨੀਆਂ ਬਾਰੇ ਜ਼ਿਕਰ ਮਿਲਦਾ ਹੈਗਾ। ਤੋ ਮੂਲ ਰੂਪ ਦੇ ਵਿੱਚ ਜਿਹੜੇ ਸਭ ਤੋਂ ਪਹਿਲਾਂ ਜਿਹੜੇ ਆਰੀਆ ਤੋਂ ਪਹਿਲਾਂ ਇਹਨਾਂ ਤੋਂ ਵੀ ਪਹਿਲਾਂ ਜਿਹੜੇ ਵਸਦੇ ਸੀ ਸਾਰਿਆਂ ਤੋਂ ਉਹ ਪੰਜਾਬ ਦੇ ਵਿੱਚ ਜਿਹੜੇ ਲੋਕ ਕਿਹਾ ਜਾਂਦਾ ਹੈਗਾ ਦਰਾਵੜ ਵਸਦੇ ਸੀ। ਇਹ ਜਿਹੜਾ ਦਰਾਵੜਵਾਦ ਦਾ ਸੰਕਲਪ ਹੈਗਾ ਦਾ ਸਾਇੰਸ ਆਫ ਥਾਟ ਦੇ ਵਿੱਚ ਪ੍ਰੋਫੈਸਰ ਆਰ ਮੈਕਸਮੂਲਰ ਦੁਆਰਾ ਪ੍ਰਸਤੁਤ ਕੀਤਾ ਗਿਆ। ਕਈਆਂ ਖੋਜਾਂ ਨੇ ਚਲੋ ਇਹ ਤੇ ਹੁਣ ਮੰਨ ਲਿਆ ਗਿਆ ਕਿ ਦਰਾਵੜ ਵਸਦੇ ਸੀ। ਕਈਆਂ ਖੋਜਾਂ ਨੇ ਕਈਆਂ ਲੱਭਤਾਂ ਨੇ ਕਈਆਂ ਵਿਦਵਾਨਾਂ ਨੇ ਇਸ ਗੱਲ ਤੇ ਵੀ ਟਿੱਪਣੀ ਕੀਤੀ ਹੈ ਕਿ ਵੇਦ ਦੀ ਗੱਲ ਕਰਦੇ ਹੈਗੇ ਆ ਜਦੋਂ ਅਸੀਂ ਆਰੀਅਨ ਦੀ ਗੱਲ ਕਰਦੇ ਹੈਗੇ ਆ ਤੇ ਆਰੀਅਨ ਇੱਥੋਂ ਦੇ ਮੂਲ ਨਿਵਾਸੀ ਨੇ। ਚਲੋ ਆਪਾਂ ਇਸ ਕੰਟਰੋਵਰਸੀ ਦੇ ਵਿੱਚ ਨਹੀਂ ਪੈਣਾ ਹੈਗਾ। ਤੋ ਇਹ ਵਿਸ਼ਾ ਅਜੇ ਰਿਸਰਚ ਦੀ ਮੰਗ ਕਰਦਾ ਹੋਰ ਗਹਿਰ ਸ਼ੋਧ ਦੀ ਮੰਗ ਕਰਦਾ ਹੈਗਾ। ਤੋ ਮੂਲ ਰੂਪ ਦੇ ਵਿੱਚ ਜਿਹੜਾ ਹੈਗਾ ਇੱਥੇ ਮੰਨਿਆ ਜਾਂਦਾ ਕਿ ਪਹਿਲਾਂ ਜਿਹੜੇ ਦਰਾਵੜ ਲੋਕ ਰਹਿੰਦੇ ਸੀ ਤੇ ਜਦੋਂ ਆਰੀਅਨ ਮੱਧ ਏਸ਼ੀਆ ਤੋਂ ਆਏ ਉਹਨਾਂ ਨੇ ਉਹਨਾਂ ਨੂੰ ਭਜਾ ਕੇ ਦੱਖਣ ਵੱਲ ਨੂੰ ਭਜਾ ਦਿੱਤਾ। ਜਿਹੜੇ ਅੱਜ ਜਿਹੜਾ ਹੈਗਾ ਜਦੋਂ ਅਸੀਂ ਸਾਊਥ ਦੇ ਜਿਹੜੇ ਅੱਜ ਦਰਾਵੜ ਲੋਕ ਜਿਹੜੇ ਉੱਥੇ ਰਹਿੰਦੇ ਨੇ ਉਹ ਪਹਿਲਾਂ ਪੰਜਾਬ ਦੇ ਵਸਨੀਕ ਸੀਗੇ। ਤੋ ਇਸ ਪ੍ਰਕਾਰ ਜਿਹੜਾ ਹੈਗਾ ਉਹ ਇਹਨਾਂ ਦਾ ਇੱਥੇ ਵਾਸ ਸੀਗਾ। ਪੰਜਾਬੀ ਸੱਭਿਆਚਾਰ ਦੇ ਨਾਮਕਰਨ ਦਾ ਸੰਬੰਧ ਹੈ ਇੱਥੋਂ ਦੇ ਸਿਆਸੀ ਹਾਲਤ ਨਾਲ, ਧਾਰਮਿਕ ਪਰੰਪਰਾ ਨਾਲ, ਭੂਗੋਲਿਕ ਸਥਿਤੀ ਨਾਲ ਜਾਂ ਲੋਕਧਾਰਾ ਨਾਲ। ਤੋ ਇਹਦਾ ਸੰਬੰਧ ਹੈਗਾ ਇਹਦੇ ਨਾਲ ਇੱਥੋਂ ਦੀ ਭੂਗੋਲਿਕ ਸਥਿਤੀ ਨਾਲ ਕਿਉਂਕਿ ਪੰਜਾਬ ਵਿੱਚ 5 ਦਰਿਆ ਵਗਦੇ ਨੇ। 5 ਦਰਿਆ ਨੇ। ਤੋ ਫਾਰਸੀ ਦੇ ਵਿੱਚ 5 ਦਰਿਆਵਾਂ ਨੂੰ 5 ਤੇ 5 ਹੈ 5 ਆਬ। ਆਬ ਦਾ ਅਰਥ ਹੁੰਦਾ ਦਰਿਆ। ਫਾਰਸੀ ਦੇ ਵਿੱਚ ਦਰਿਆ ਜਾਂ ਪਾਣੀ ਨੂੰ ਆਬ ਕਿਹਾ ਜਾਂਦਾ ਹੈ। ਤੋ 5 ਪਾਣੀ ਇੱਥੋਂ ਦੀ ਜਿਓਗ੍ਰਾਫੀਕਲ ਕੰਡੀਸ਼ਨ ਦੇ ਨਾਲ ਸੰਬੰਧ ਰੱਖਦੇ ਹੈਗੇ ਨੇ ਇੱਥੋਂ ਦੀ ਭੂਗੋਲਿਕਤਾ ਦੇ ਨਾਲ ਸੰਬੰਧ ਰੱਖਦੇ ਨੇ। ਵੇਦਾਂ ਦੇ ਵਿੱਚ ਵੀ ਜਦੋਂ ਤੁਸੀਂ ਵੇਖੋਗੇ ਨਾ ਸ਼ਾਸਤਰ ਦੇ ਵਿੱਚ ਰਿਗਵੇਦ ਦੇ ਵਿੱਚ ਇਹਨਾਂ ਦੇ ਨਾਮ ਨੇ ਜਿਹੜੇ ਜਿਵੇਂ ਸ਼ਤਦਰੂ, ਅਸਕਨੀ, ਪੁਰੁਸ਼ਨੀ, ਚੰਦਰਭਾਗਾ ਤੇ ਵਿਪਸਾ ਇਹਨਾਂ ਦੇ ਨਾਮ ਜਿਹੜੇ ਹੈਗੇ ਨੇ ਵਿਪਾਸ਼ਾ ਜਾਂ ਵਿਪਸਾ ਆਪਣੇ ਨੂੰ ਕਿਹਾ ਜਾਂਦਾ ਬਿਆਸ ਨੂੰ। ਇਹਨਾਂ ਦੇ ਨਾਂ ਨੇ ਜਿਹੜੇ 5 ਆਪਣੇ ਦਰਿਆਵਾਂ ਦੇ। ਸਿੰਧ ਦਾ ਨਾਂ ਵੀ ਆਉਂਦਾ ਹੈਗਾ 6ਵੇਂ ਦਾ, ਸਰਸਵਤੀ ਦਾ ਨਾਂ ਵੀ 7ਵੇਂ ਦਾ ਆਉਂਦਾ, ਸਪਤ ਸਿੰਧੂ ਵੀ ਕਹਿੰਦੇ ਸੀਗੇ। ਉਹ ਇਹਨਾਂ ਦੇ ਨਾਂ ਵੀ ਉਹਦੇ ਵਿੱਚ ਵੇਦ ਦੇ ਵਿੱਚ ਜਿਹੜੇ ਹੈਗਾ 8ਵੇਂ ਮੰਡਲ ਦੇ ਵਿੱਚ ਤੁਸੀਂ ਰਿਗਵੇਦ ਦੇ ਸ਼ਰੂਤੀਆਂ 'ਚ ਪੜ੍ਹ ਸਕਦੇ ਹੈਗੇ ਹੋ। ਤੋ ਇਸ ਪ੍ਰਕਾਰ ਇਹਦਾ ਇੱਥੋਂ ਦੀ ਭੂਗੋਲਿਕ ਸਥਿਤੀ ਨਾਲ ਇਹਦਾ ਜਿਹੜਾ ਉਹ ਸੰਬੰਧ ਹੈਗਾ। ਗੁਰਮਤਿ ਸੱਭਿਆਚਾਰ ਹਿੰਦੂ ਸੱਭਿਆਚਾਰ ਦਾ ਇੱਕ ਅੰਗ ਹੈ ਇਹ ਵੀ ਗਲਤ ਹੈ। ਇਸਲਾਮੀ ਸੱਭਿਆਚਾਰ ਦਾ ਪ੍ਰਭਾਵ ਹੈ ਇਹ ਵੀ ਨਹੀਂ ਹੈਗਾ। ਉਪਰੋਕਤ ਵਿੱਚੋਂ ਇਹ ਵੀ ਨਹੀਂ ਕੋਈ ਵੀ ਨਹੀਂ ਹੈ। ਸਥਾਨਕ ਸੱਭਿਆਚਾਰਾਂ ਦੇ ਇਸਲਾਮੀ ਸੱਭਿਆਚਾਰ ਦੇ 94 ਤੱਤਾਂ ਦਾ ਸਮਨਵਯ ਹੈ। ਇਹ ਬਿਲਕੁਲ ਠੀਕ ਇਹ ਸਟੇਟਮੈਂਟ ਹੈਗੀ ਹੈ ਵੀ ਇੱਥੋਂ ਦੇ ਸਥਾਨਕ ਸੱਭਿਆਚਾਰ ਤੇ ਇਸਲਾਮੀ ਸੱਭਿਆਚਾਰ ਹੈਗਾ ਜਿਹੜਾ ਉਹਦੇ 94 ਤੱਤਾਂ ਦਾ ਜਿਹੜਾ ਮਿਸ਼ਰਣ ਹੈ ਜਿਹੜਾ ਸਾਡਾ ਗੁਰਮਤਿ ਸੱਭਿਆਚਾਰ ਹੈਗਾ। ਗੁਰਮਤਿ ਦੀ ਗੱਲ ਕੀਤੀ ਜਾਂਦੀ ਹੈ ਜਿਹਦੇ ਵਿੱਚ ਸੱਭਿਆਚਾਰ ਹੈ ਇਹ ਦੈਵੀ ਵਿਰਸਾ ਹੈ ਇਹ ਵੀ ਗਲਤ ਹੈ। ਇੱਕ ਪਦਾਰਥਕ ਵਿਰਸਾ ਹੈ, ਸਮਾਜਿਕ ਵਿਰਸਾ ਹੈ ਜਾਂ ਧਾਰਮਿਕ ਵਿਰਸਾ ਹੈ। ਤੋ ਸੱਭਿਆਚਾਰ ਜਿਹੜਾ ਹੁੰਦਾ ਹੈਗਾ ਉਹ ਤੁਹਾਡਾ ਸਮਾਜਿਕ ਵਿਰਸਾ ਹੁੰਦਾ ਹੈ। ਸਮਾਜ ਦੇ ਵਿੱਚੋਂ ਹੀ ਤੁਸੀਂ ਸੱਭਿਆਚਾਰ ਨੂੰ ਗ੍ਰਹਿਣ ਕਰਦੇ ਹੋ। ਸਮਾਜ ਦੀ ਹੀ ਇੱਕ ਧਰੋਹਰ ਹੁੰਦੀ ਹੈਗੀ ਹੈ। ਇੱਕ ਸਮਾਜ ਦੀ ਹੀ ਇੱਕ ਕਹਿ ਲਓ ਤੁਸੀਂ ਕਿ ਤੁਹਾਡੀ ਇੱਕ ਵਿਰਾਸਤ ਹੁੰਦੀ ਹੈਗੀ ਜਿਹੜੀ ਸੱਭਿਆਚਾਰ ਹੁੰਦਾ ਔਰ ਸਮਾਜ ਦੇ ਵਿੱਚੋਂ ਹੀ ਤੁਸੀਂ ਪਰਿਵਾਰ ਦੇ ਰੂਪ ਦੇ ਵਿੱਚ ਉਸਨੂੰ ਪ੍ਰਾਪਤ ਕਰਦੇ ਹੋ। ਇਸ ਵਿਰਾਸਤ ਨੂੰ ਪੀੜ੍ਹੀ ਦਰ ਪੀੜ੍ਹੀ ਜਿਹੜੀ ਅੱਗੇ ਵਿਕਾਸ ਕਰਦੀ ਰਹਿੰਦੀ ਹੈਗੀ ਆ। ਨਕਲਾਂ ਖੇਡਣ ਲਈ ਕਿੰਨੇ ਤਰ੍ਹਾਂ ਦੇ ਪਿੜ ਦੀ ਵਰਤੋਂ ਹੁੰਦੀ ਹੈਗੀ ਹੈ। ਤਾਂ ਨਕਲਾਂ ਖੇਡਣ ਵਾਸਤੇ ਜਿਹੜੇ ਹੈਗੀ ਆ 2 ਤਰ੍ਹਾਂ ਦੇ ਜਿਹੜੇ ਪਿੜ ਦੀ ਵਰਤੋਂ ਹੁੰਦੀ ਹੈਗੀ ਹੈ। ਚੌਂਕ ਫੁੱਲ ਹੈ ਇੱਕ ਫੁੱਲ ਹੈ ਗਲਤ ਹੈ। ਇੱਕ ਕੰਧ ਚਿੱਤਰ ਹੈ ਗਲਤ ਹੈ। ਫੁਲਕਾਰੀ ਦਾ ਅੰਗ ਹੈ ਇਹ ਵੀ ਗਲਤ ਹੈ। ਚੌਂਕ ਫੁੱਲ ਇੱਕ ਗਹਿਣਾ ਹੁੰਦਾ ਹੈਗਾ ਲੋਕ ਗਹਿਣਾ ਹੈ। ਚੌਂਕ ਫੁੱਲ ਇੱਕ ਲੋਕ ਗਹਿਣਾ ਹੁੰਦਾ ਹੈਗਾ। ਕੋਰੀ ਕੋਰੀ ਕੁੰਡੀ ਵਿੱਚ ਮਿਰਚਾਂ ਰਗੜਾਂ ਸਹੁਰੇ ਦੀ ਅੱਖ ਵਿੱਚ ਪਾ ਦਿੰਨੀ ਘੁੰਡ ਕੱਢਣੇ ਦੀ ਅਲਖ ਮੁਕਾ ਦਿੰਨੀ ਆ। ਲੋਕ ਗੀਤ ਦਾ ਸੰਬੰਧ ਹੈ। ਸਹੁਰੇ ਦੀ ਲਾਚਾਰੀ ਵਿਰੁੱਧ ਨਹੀਂ, ਮਿਰਚਾਂ ਕੁੱਟਣ ਵਿਰੁੱਧ ਨਹੀਂ,
ਰਸੋਈ ਵਿੱਚ ਕੰਮ ਕਰਨ ਵਿਰੁੱਧ ਨਹੀਂ, ਇੱਕ ਸਮਾਜਿਕ ਰਸਮ ਦੇ ਵਿਰੁੱਧ, ਕਿਉਂਕਿ ਸਮਾਜਿਕ ਰਸਮ ਹੈਗੀ ਹੈ ਇੱਕ ਘੁੰਡ ਕੱਢਣਾ। ਪਹਿਲਾਂ ਦੇ ਸਮਿਆਂ ਦੇ ਵਿੱਚ ਸਹੁਰੇ ਕੋਲੋਂ, ਜੇਠਾਂ ਕੋਲੋਂ, ਪਤਿਆਰੇ ਕੋਲੋਂ ਜਿਹੜੀ ਇੱਕ ਔਰਤ ਸੀਗੀ ਉਹ ਘੁੰਡ ਕੱਢਦੀ ਸੀ, ਆਪਣਾ ਪਰਦਾ ਰੱਖਦੀ ਸੀ। ਤੋ ਇਸ ਕਰਕੇ ਇੱਕ ਨਾਇਕਾ ਕਹਿ ਰਹੀ ਹੈ ਕਿ ਮੈਂ ਇਉਂ ਕਰਦੀ ਹਾਂ ਕਿ ਮਿਰਚਾਂ ਰਗੜ ਕੇ ਜਿਹੜੀਆਂ ਹੈਗੀਆਂ ਨੇ, ਮਿਰਚਾਂ ਆਪਦੇ ਸਹੁਰੇ ਜਿਹੜੇ ਵੱਡੇ ਥਾਂ ਹੈਗੇ ਉਹਦੀਆਂ ਅੱਖਾਂ 'ਚ ਪਾ ਦਿੰਦੀ ਹਾਂ, ਤੇ ਮੈਨੂੰ ਇਸ ਕਰਕੇ ਉਹ ਅੱਖਾਂ ਹੀ ਮੀਚੀ ਰੱਖੂ, ਮੈਨੂੰ ਘੁੰਡ ਹੀ ਨਾ ਕੱਢਣਾ ਪਊ। ਇਸ ਕਰਕੇ ਘੁੰਡ ਕੱਢਣਾ ਇੱਕ ਸਮਾਜਿਕ ਰਸਮ ਹੈ, ਉਹਦੇ ਵਿਰੁੱਧ ਜਿਹੜਾ ਹੈਗਾ ਲੋਕ ਗੀਤ ਦੇ ਵਿੱਚ ਉਹ ਆਪਣੀ ਅਭਿਵਿਅੰਜਨਾ ਜਿਹੜੀ ਹੈਗੀ ਆ, ਆਪਣੀ ਜਿਹੜੀ ਮਨਸ਼ਾ ਹੈਗੀ ਆ ਉਹਨੂੰ ਜ਼ਾਹਰ ਕਰ ਰਹੀ ਹੈਗੀ ਆ। ਛਟੀਆਂ ਖੇਡਣ ਦੀ ਰਸਮ ਵਿੱਚ ਸ਼ਾਮਲ ਹੁੰਦਾ ਹੈ ਨੂੰਹ ਸਹੁਰਾ, ਨਹੀਂ ਨੂੰਹ ਸਹੁਰੇ ਵਿੱਚ ਥੋੜੋ ਛਟੀਆਂ ਖੇਡੀ ਦੀਆਂ ਨਾ ਹੀ ਸੱਸ ਨੂੰਹ ਚ, ਨਾ ਨਨਾਣ ਭਰਜਾਈ ਚ। ਲਾੜਾ ਤੇ ਲਾੜੀ ਆਪਸ ਦੇ ਵਿੱਚ ਛਟੀਆਂ ਖੇਡਦੇ ਨੇ ਔਰ ਇੱਕ ਦੂਜੇ ਨੂੰ ਜਿਹੜਾ ਪਿਆਰ ਦੇ ਨਾਲ ਪੋਲੀਆਂ ਪੋਲੀਆਂ ਛਟੀਆਂ ਮਾਰਦੇ ਹੈਗੇ ਨੇ। ਪੰਜਾਬ ਦੇ ਕਈ ਖਿੱਤਿਆਂ ਦੇ ਵਿੱਚ ਇਹ ਰਸਮ ਜਿਹੜੀ ਅਜੇ ਤੱਕ ਵੀ ਪ੍ਰਚਲਿਤ ਹੈਗੀ। ਮਾਲਵੇ ਦੇ ਵਿੱਚ ਤਕਰੀਬਨ ਨਹੀਂ ਇਹ ਖੇਡੀ ਜਾਂਦੀ, ਹੋਰ ਖਿੱਤਿਆਂ ਦੇ ਵਿੱਚ ਜਿਹੜੀ ਰਸਮ ਪ੍ਰਚਲਿਤ ਹੈਗੀ ਹੈ। ਕਿੰਗ ਕੀ ਹੈ? ਕਿੰਗ ਹੈ ਲੋਕ ਸੰਗੀਤ ਹੈ, ਲੋਕ ਕਾਵ ਹੈ, ਲੋਕ ਨਾਚ ਹੈ, ਇਹ ਇੱਕ ਲੋਕ ਸਾਜ਼ ਹੈ। ਕਿੰਗ ਆਖਿਆ ਜਾਂਦਾ ਹੈਗਾ ਕੁੱਜੇ ਨੂੰ। ਇੱਕ ਕੁੱਜਾ ਹੁੰਦਾ ਹੈਗਾ, ਪਹਿਲਾਂ ਤੇ ਕੁੱਜੇ ਹੁੰਦੇ ਸੀ ਮਿੱਟੀ ਦੇ, तो फिर उदू बाद दे विच जिहड़े हुण मैंटल दे स्टील वगैरह दे भी आउण लग गए। तो वो किंग दे उपर जिहड़ा हैगा उहदे उत्ते हत्थ दे नाल जिहड़ा हैगा संगीत सिरजिया जांदा सीगा, उहदे ते गाया जांदा। कई बार तां ਉਂਗਲਾਂ ਦੇ ਛੱਲੇ पा के उहदे उपर मारे जांदे सी, जां उहदा जिहड़ी उतला ढक्कण जिहा हुंदा सीगा उहदे ते मारदे। जदों तुसीं पाकिस्तान वाले सुणोगे ना जिन्ने हैगे ने लोक गायक ने, उन्हां दे विच जिहड़ी किंग दी वरतों हुंदी, खास करके सूफी लोक गायक ने जिहड़े, उन्हां दीयां गीतां दे विच जिहड़ी किंग हैगी है उहदी वरतों हुंदी हैगी है, ਉਹ ਕੁੱਜੇ ਜੇ ਦੀ ਵਰਤੋਂ ਹੁੰਦੀ ਹੈਗੀ ਹੈ, ਉਹਨੂੰ ਕਿੰਗ ਆਖਿਆ ਜਾਂਦਾ। ਇੱਕ ਲੋਕ ਸਾਜ਼ ਹੁੰਦਾ ਹੈਗਾ। ਜਰਗ ਦੇ ਮੇਲੇ ਦਾ ਸੰਬੰਧ ਹੈ। तो ਜਰਗ ਜਿਹੜਾ ਹੈਗਾ ਮੂਲ ਰੂਪ ਦੇ ਵਿੱਚ ਜਰਗ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਕਿਲ੍ਹਾ ਰਾਏਪੁਰ ਦੇ ਕੋਲ ਇੱਕ ਪਿੰਡ ਹੈ, ਲੁਧਿਆਣਾ ਡਿਸਟ੍ਰਿਕਟ ਦੇ ਵਿੱਚ ਹੈ। ਇਹ ਲੁਧਿਆਣੇ ਵਿੱਚ ਇੱਕ ਪਿੰਡ ਦਾ ਨਾਂ ਹੈ। ਇਹਦੇ ਵਿੱਚ ਮੇਲਾ ਲੱਗਦਾ ਹੈ। ਇਹਦਾ ਸੰਬੰਧ ਕਿਹਦੇ ਨਾਲ ਹੈਗਾ ਇਹ ਪੁੱਛਦਾ ਹੈਗਾ। ਰੁੱਤ ਨਾਲ ਹੈ? ਰੁੱਤ ਨਾਲ ਵੀ ਨਹੀਂ। ਮੁਸਲਮਾਨ ਫਕੀਰ ਨਾਲ ਨਹੀਂ। ਗੁੱਗੇ ਨਾਲ ਨਹੀਂ, ਗੁੱਗੇ ਨਾਲ ਵੀ ਨਹੀਂ। ਇਹ ਸੀਤਲਾ ਮਾਤਾ ਦਾ ਮੇਲਾ ਇੱਥੇ ਲੱਗਦਾ ਹੈਗਾ। ਸੀਤਲਾ ਮਾਤਾ ਦੀ ਲੋਕ ਇੱਥੇ ਪੂਜਾ ਕਰਦੇ ਨੇ ਔਰ ਇੱਥੇ ਜਿਹੜਾ ਹੈਗਾ ਉਹ ਆਪਣੀਆਂ ਮੰਨਤਾਂ ਮੰਨਦੇ ਹੈਗੇ ਨੇ। ਅੱਜ ਤੋਂ ਹੁਣ ਤੇ ਮੈਨੂੰ ਯਾਦ ਨਹੀਂ, ਜਦੋਂ ਤਕਰੀਬਨ 1998 ਦੀ ਗੱਲ ਹੈਗੀ ਹੈ, 98 ਦੇ ਆਸ-ਪਾਸ ਉਦੋਂ ਮੈਂ ਪੜ੍ਹਦਾ ਹੁੰਦਾ ਸੀਗਾ ਆਪਣੇ 'ਚ 97 ਦੇ ਵਿੱਚ 6ਵੀਂ ਦੇ ਵਿੱਚ। ਤਾਂ ਉਸ ਵੇਲੇ ਸਾਨੂੰ ਇੱਕ ਚੈਪਟਰ ਲੱਗਿਆ ਹੁੰਦਾ ਸੀ ਜਰਗ ਦਾ ਮੇਲਾ। तो जरग ਦੇ ਮੇਲੇ ਦੇ ਵਿੱਚ ਉਹ ਸਾਰਾ ਉਹਦੇ ਉਸ ਲੇਖ ਦੇ ਵਿੱਚ ਉਹ ਲੇਖ ਹੈਗਾ ਤੇ ਲੇਖਕ ਨੇ ਉਹ ਜਰਗ ਦੇ ਵਿੱਚ ਕਿਸ ਪ੍ਰਕਾਰ ਮਾਤਾ ਦੀ ਪੂਜਾ ਕੀਤੀ ਜਾਂਦੀ ਹੈ, ਕਿਹੜੀਆਂ-ਕਿਹੜੀਆਂ ਪੂਜਾ ਵਿਧੀਆਂ ਨੇ, ਉਸ ਗੱਲ ਦਾ ਉਹਦੇ ਵਿੱਚ ਉਹਨਾਂ ਨੇ ਉਹ ਬਿਆਨ ਕੀਤਾ ਸੀਗਾ। ਮੈਨੂੰ ਲੱਗਦਾ ਹੁਣ ਉਹ ਸ਼ਾਇਦ ਚੇਂਜ ਹੋ ਗਿਆ ਹੋਵੇ ਚੈਪਟਰ। ਸਾਡੇ ਵਾਰੀ ਉਹ ਲੇਖ ਹੁੰਦਾ ਸੀ 1997 ਦੇ ਵਿੱਚ ਜਰਗ ਦਾ ਮੇਲਾ। ਪੰਜਾਬੀ ਲੋਕ ਧਾਰਾ ਵਿਸ਼ਵਕੋਸ਼ ਦੀਆਂ ਸੈਂਚੀਆਂ ਹਨ। ਸੈਂਚੀਆਂ ਹੁੰਦੀਆਂ ਵੀ ਵੋਲਿਊਮ ਜਾਂ ਉਹਦੇ ਭਾਗ ਕਿੰਨੇ ਹੈਗੇ ਨੇ। ਔਰ ਇਹਦਾ ਜਿਹੜਾ ਲੇਖਕ ਹੈ ਇਹ ਹੈਗਾ ਡਾਕਟਰ ਸੁਹਿੰਦਰ ਸਿੰਘ ਵਣਜਾਰਾ ਬੇਦੀ। ਸੁਹਿੰਦਰ ਸਿੰਘ ਵਣਜਾਰਾ ਬੇਦੀ ਇਹਦਾ ਲੇਖਕ ਹੈ। ਇਸ ਕਿਤਾਬ ਦਾ ਬੜੀ ਵੱਡੀ ਕਿਤਾਬ ਹੈ ਔਰ ਇਹਦੀਆਂ ਜਿਹੜੀਆਂ ਸੈਂਚੀਆਂ ਨੇ ਜਾਂ ਇਹਦੇ ਵੋਲਿਊਮ ਤੁਹਾਨੂੰ ਪੁੱਛ ਲਵੇ ਵੀ ਕਿੰਨੇ ਹੈਗੇ ਨੇ, ਤੇ ਮੂਲ ਇਹਦੇ ਵੋਲਿਊਮ 8 ਨੇ। ਇਸ ਕਿਤਾਬ ਦੇ 8 ਵੋਲਿਊਮਸ ਦੇ ਵਿੱਚ ਜਿਹੜੀ ਇਹ ਕਿਤਾਬ ਹੈਗੀ ਆ ਇਹ ਪਬਲਿਸ਼ ਹੋਈ ਆ। ਬੜੀ ਵਧੀਆ ਕਿਤਾਬ ਹੈਗੀ ਇਹ ਆਪਣੀ ਲੋਕ ਧਾਰਾ ਦੇ ਸੰਦਰਭ ਦੇ ਵਿੱਚ। ਪਾਰ ਕੱਸੀ ਵਿੱਚ ਟੱਲ ਮਟੱਲੀਆਂ ਆਉਣ ਕੂੰਜਾਂ ਦੇਣ ਬੱਚੇ ਨਦੀ ਨਹਾਉਣ ਚੱਲੀਆਂ। ਬੁਝਾਰਤ ਦਾ ਉੱਤਰ ਹੈ। ਇੱਕ ਬੁਝਾਰਤ ਹੈ, ਇਹਦਾ ਉੱਤਰ ਕੀ ਹੈ? ਇਹਦਾ ਉੱਤਰ ਹੈ ਖੂਹ ਦੀਆਂ ਟਿੰਡਾਂ। ਤੋ ਆਰ ਕੱਸੀ ਪਾਰ ਕੱਸੀ ਭਾਵ ਕੀ ਆ? ਅੱਗੇ ਵੀ ਪਾਣੀ ਹੈ ਤੇ ਪਿੱਛੇ ਵੀ ਪਾਣੀ ਹੈ। ਭਾਵ ਕੀ ਆ? ਥੱਲੇ ਵੀ ਪਾਣੀ ਹੈ ਤੇ ਅਗਲਾ ਜਿੱਥੇ ਨਸਾਰ ਦੇ ਵਿੱਚ ਪਾੜਛੇ ਦੇ ਵਿੱਚ ਟਿੰਡਾਂ ਆ ਕੇ ਡਿੱਗਦੀਆਂ ਨੇ ਔਲੂ ਦੇ ਵਿੱਚ, ਉਹਨੂੰ ਔਲੂ ਬੋਲਦੇ ਨੇ, ਜਿੱਥੇ ਨਸਾਰ ਡਿੱਗਦੀ ਹੈ ਖੂਹ ਦੀ ਆ ਕੇ, ਉਹਦੇ ਵਿੱਚ ਵੀ ਪਾਣੀ ਹੈ। ਤਾਂ ਉਹਦੇ ਵਿਚਕਾਰ ਟੱਲ ਮਟੱਲੀਆਂ ਭਾਵ ਕੀ ਆ? ਉਹ ਟੱਲੀਆਂ ਇੱਕ ਜਿਨ੍ਹਾਂ ਦੇਖੀ ਹੈਗੀ ਆ, ਮਾਲ ਦੇਖੀ ਹੋਣੀ ਹੈ ਕਿਸੇ ਨੇ, ਤਾਂ ਉਹਦੇ ਵਿੱਚ ਜਿਹੜੀਆਂ ਟਿੰਡਾਂ ਹੁੰਦੀਆਂ ਨੇ ਉਹ ਇੱਕ ਟੱਲੀਆਂ ਵਾਂਗੂ ਹੁੰਦੀਆਂ ਨੇ ਔਰ ਉੱਪਰ ਗਿੜਦਾ ਜਦੋਂ ਖੂਹ ਹੈਗਾ ਤੇ ਉਹ ਪਾਣੀ ਨਾਲ ਭਰ ਕੇ ਜਿਹੜਾ ਹੈਗਾ ਆਉਂਦੀਆਂ ਜਾਂਦੀਆਂ, ਜਿਹੜਾ ਉਹ ਪਾਣੀ ਉਹਦੇ ਵਿੱਚ ਨਸਾਰ ਦੇ ਵਿੱਚ ਡੋਲਦੀਆਂ ਰਹਿੰਦੀਆਂ ਨੇ ਪਾਣੀ ਨੂੰ। ਤਾਂ ਉਹ ਇਹਦਾ ਬੁਝਾਰਤ ਹੈਗਾ ਖੂਹ ਦੀਆਂ ਟਿੰਡਾਂ। ਖੂਹ ਦਾ ਜਿਹੜੀ ਇੱਕ ਮਾਲ ਹੁੰਦੀ ਉਹਦੇ ਤੇ ਟਿੰਡਾਂ ਹੁੰਦੀਆਂ, ਇੱਕ ਡੱਬੇ ਜੇ ਬਣੇ ਹੁੰਦੇ ਨੇ, ਉਹ ਇੱਕ ਜੱਗ ਜੇ,
ਉਹ ਜੁੜੇ ਹੁੰਦੇ ਨੇ ਇੱਕ ਦੂਜੇ ਨਾਲ। ਲੰਮੀ ਡੋਰ ਹੁੰਦੀ ਹੈ ਖੂਹ ਦੇ ਵਿੱਚ, ਜਦੋਂ ਖੂਹ ਗਿੜਦਾ ਪਾੜਛੇ ਦੇ ਵਿੱਚ ਨਸਾਰ ਦੇ ਵਿੱਚੋਂ ਪਾਣੀ ਡੁੱਲਦਾ ਰਹਿੰਦਾ ਹੈਗਾ ਉਹਦਾ। ਸਾਡੇ ਪੈਰਾਂ ਹੇਠ ਸਲਾਈਆਂ ਅਸੀਂ ਕਿਹੜੇ ਵੇਲੇ ਦੀਆਂ ਆਈਆਂ ਲੋਕ ਗੀਤ ਦਾ ਸੰਬੰਧ ਹੈ। ਸੰਸਕਾਰਾਂ ਨਾਲ ਨਹੀਂ, ਲੋਕ ਖੇਡ ਨਾਲ ਨਹੀਂ, ਨਾ ਵਿਅਕਤੀਗਤ ਕਟਾਕਸ਼ ਨਾਲ, ਇਹ ਤਿਉਹਾਰ ਨਾਲ ਹੈ। ਤੋ ਬੱਚੇ ਜਦੋਂ ਇਹ ਤਿਉਹਾਰ ਕਿਹੜੇ ਨਾਲ ਹੈਗਾ ਹੈ? ਲੋਹੜੀ ਦੇ ਨਾਲ, ਲੋਹੜੀ ਦੇ ਤਿਉਹਾਰ ਨਾਲ ਹੈ। ਬੱਚੇ ਜਦੋਂ ਲੋਹੜੀ ਮੰਗਦੇ ਹੈਗੇ ਨੇ ਤਾਂ ਉਹ ਲੋਹੜੀ ਮੰਗਣ ਵਾਸਤੇ ਜਿਹੜਾ ਕਿਸੇ ਦੇ ਘਰੇ ਜਾਂਦੇ ਨੇ, ਔਰ ਉਦੋਂ ਜਦੋਂ ਘਰ ਵਾਲੇ ਥੋੜੀ ਜਿਹੀ ਦੇਰ ਕਰ ਦਿੰਦੇ ਨੇ ਉਹਨਾਂ ਨੂੰ ਲੋਹੜੀ ਪਾਉਣ ਦੇ ਵਿੱਚ, ਉਸ ਵੇਲੇ ਉਦੋਂ ਇੱਕ ਲੋਕ ਗੀਤ ਗਾਇਆ ਜਾਂਦਾ ਹੈਗਾ ਕਿ ਅਸੀਂ ਬੜੇ ਲੰਮੇ ਸਮੇਂ ਤੋਂ ਖੜ ਗਏ ਹਾਂ, ਇਸ ਕਰਕੇ ਸਾਨੂੰ ਜਿਹੜਾ ਹੈਗਾ ਛੇਤੀ ਛੇਤੀ ਲੋਹੜੀ ਪਾਓ। ਇਹ ਤਿਉਹਾਰ ਨਾਲ ਸੰਬੰਧਿਤ ਹੈ ਔਰ ਤਿਉਹਾਰ ਵੀ ਲੋਹੜੀ ਦੇ ਨਾਲ। ਬਾਗ ਕੀ ਹੈ? ਫੁੱਲਾਂ ਦਾ ਬਾਗ, ਦੀਵਾਰ ਉੱਤੇ ਕਸੀਦਾਕਾਰੀ, ਗਹਿਣਿਆਂ ਦੀ ਕਢਾਈ, ਕਢਾਈ ਵਾਲਾ ਸਿਰ ਦਾ ਕੱਪੜਾ। ਤੋ ਬਾਗ ਇੱਕ ਤਿਲਪੱਤਰਾ, ਸੁੱਭਰ ਇਹਦੇ ਨਾਂ ਹੈਗੇ ਨੇ, ਜਾਂ ਫਿਰਨ, ਨੀਲਕ, ਅਲੱਗ-ਅਲੱਗ ਇਹਦੇ ਨਾਂ ਹੈਗੇ ਆ ਬਾਗ ਦੇ। ਤੋ ਬਾਗ ਦੇ ਵਿੱਚ ਬੜੀ ਮਹੀਨ ਇੱਕ ਪੱਟ ਦੇ ਕੱਪੜੇ ਦੇ ਉੱਪਰ, ਰੇਸ਼ਮ ਦੇ ਕੱਪੜੇ ਦੇ ਉੱਪਰ ਤੇ ਰੇਸ਼ਮ ਦੇ ਧਾਗੇ ਦੇ ਨਾਲ ਬੜੀ ਹੀ ਮਹੀਨ ਕਾਰਾਗਰੀ ਦੇ ਵਿੱਚ ਜਿਹੜਾ ਹੈਗਾ ਉਹ ਸੂਆ ਬੱਤਰੀ ਕੀਤੀ ਗਈ ਹੁੰਦੀ ਹੈ, ਭਾਵ ਕਢਾਈ ਕੀਤੀ ਗਈ ਹੁੰਦੀ ਹੈਗੀ ਆ। ਤੋ ਇਹ ਇੱਕ ਸਿਰ ਦਾ ਕੱਪੜਾ ਹੁੰਦਾ ਹੈ ਜਿਹਦੇ ਵਿੱਚ ਤੁਹਾਨੂੰ ਰੇਸ਼ਮ ਤੋਂ ਛੁੱਟ ਹੋਰ ਕੁਝ ਵੀ ਨਹੀਂ ਦਿਖੂਗਾ। ਬਿਲਕੁਲ ਬਰੀਕ ਤੋਂ ਬਰੀਕ, ਬੜੇ ਸੂਖਸ਼ਮ, ਬੜੇ ਵਿਅਸ਼ਟੀ ਪੱਧਰ ਦੇ ਉੱਪਰ ਜਿਹੜੀ ਉਹਦੇ ਉੱਪਰ ਮੀਨਾਕਾਰੀ ਕਢਾਈ ਕੀਤੀ ਗਈ ਹੁੰਦੀ ਹੈ ਬਰੀਕ ਧਾਗੇ ਦੇ ਨਾਲ। ਧਾਗਾ ਵੀ ਉਹ ਮੈਨੂੰ ਲੱਗਦਾ ਕਿ ਇੰਪੋਰਟੈਂਟ ਹੀ ਹੁੰਦਾ ਸੀ, ਬਾਹਰ ਦਾ ਧਾਗਾ ਹੀ ਹੁੰਦਾ ਸੀਗਾ, ਈਰਾਨ ਵਗੈਰਾ ਚੋਂ ਆਉਂਦਾ ਹੁੰਦਾ ਸੀ, ਜਿਹਦੇ ਨਾਲ ਉਹ ਬਾਗ ਦੇ ਉੱਪਰ ਕਢਾਈ ਕੀਤੀ ਗਈ ਹੁੰਦੀ ਸੀ। ਤੋ ਤਿਲਪੱਤਰਾ, ਸ਼ਮਾਸ, ਨੀਲਕ, ਫਿਰਨ, ਸੁੱਭਰ ਜਿਹੜੇ ਇਹਦੇ ਨਾਂ ਨੇ ਬਾਗ ਦੇ ਅਲੱਗ-ਅਲੱਗ। ਸੰਗਰਾਂਦ ਨਾਲ ਸੰਬੰਧਿਤ ਪ੍ਰਸਿੱਧ ਮੇਲਾ ਹੈ। ਹੋਲੇ ਮਹੱਲੇ ਦਾ ਮੇਲਾ, ਛਪਾਰ ਦਾ ਮੇਲਾ, ਬਸੰਤ ਪੰਚਮੀ ਦਾ, ਜਾਂ ਮਾਘੀ ਦਾ ਮੇਲਾ। ਤੋਂ ਮਾਘੀ ਦਾ ਜਿਹੜਾ ਮੇਲਾ ਹੈ ਉਹ ਸੰਗਰਾਂਦ ਦੇ ਨਾਲ ਸੰਬੰਧਿਤ ਹੈਗਾ। ਮਾਘੀ ਵਾਲੇ ਦਿਨ ਜਿਹੜਾ ਇਹਨੂੰ ਸੰਸਕ੍ਰਿਤ ਦੇ ਵਿੱਚ ਮਕਰ ਸੰਕ੍ਰਾਂਤੀ ਕਹਿੰਦੇ ਹੈਗੇ ਨੇ। ਤੋਂ ਮਾਘੀ ਦਾ ਜਿਹੜਾ ਦਿਨ ਹੁੰਦਾ ਹੈਗਾ ਇਹ ਲੋਹੜੀ ਦੇ ਦਿਨ ਤੋਂ ਅਗਲਾ ਦਿਨ ਹੁੰਦਾ ਹੈ, ਔਰ ਮਾਘ ਦਾ ਮਹੀਨਾ ਜਦੋਂ ਚੜ੍ਹਦਾ ਹੈਗਾ ਉਸ ਦੀ ਸੰਗਰਾਂਦ ਨੂੰ ਮਾਘੀ ਆਖਿਆ ਜਾਂਦਾ ਹੈ। ਔਰ ਸਭ ਤੋਂ ਮਹੱਤਵਪੂਰਨ ਤੇ ਮਸ਼ਹੂਰ ਮੇਲਾ ਜਿਹੜਾ ਹੈਗਾ ਉਹ ਸ਼੍ਰੀ ਮੁਕਤਸਰ ਸਾਹਿਬ ਦਾ ਹੈਗਾ, ਮਾਘੀ ਦਾ ਮੇਲਾ। ਤਕਰੀਬਨ ਪੰਜਾਬੀ ਸਟੂਡੈਂਟਸ ਨੂੰ ਇਸ ਚੀਜ਼ ਬਾਰੇ ਤੇ ਕਲੀਅਰਟੀ ਹੈਗੀ ਹੈ ਕਿ ਸੰਗਰਾਂਦ ਦਾ ਜਿਹੜਾ ਮਾਘੀ ਦਾ ਮੇਲਾ ਹੁੰਦਾ ਹੈਗਾ। ਗੋਖੜੂ ਗਹਿਣਾ ਹੈ, ਗਲ ਦਾ, ਕੰਨਾਂ ਦਾ, ਮੱਥੇ ਦਾ ਜਾਂ ਬਾਹਾਂ ਦਾ। ਤੋ ਜਿਹੜਾ ਗੋਖੜੂ ਹੈਗਾ ਹੈ ਉਹ ਬਾਹਾਂ ਦਾ ਗਹਿਣਾ ਹੁੰਦਾ। ਗਜਰੇ ਹੁੰਦੇ ਨੇ ਬੜੇ ਮੋਟੇ-ਮੋਟੇ, ਬੜੇ ਮੋਟੇ-ਮੋਟੇ ਗਜਰੇ ਜਿਹੜੇ ਚਾਂਦੀ ਦੇ, ਜਾਂ ਜਿਹਦੇ ਕੋਲੇ ਕੋਈ ਪੁੱਜਤ ਹੈਗੀ ਹੈ ਜਾਂ ਜਿਹਦੀ ਉਛਲ ਹੈਗੀ, ਅਗਲਾ ਸੋਨੇ ਦੇ ਵੀ ਬਣਵਾ ਲੈਂਦਾ ਹੈ। ਤੋ ਮੋਟੇ-ਮੋਟੇ ਗਜਰੇ ਹੁੰਦੇ ਨੇ ਔਰਤਾਂ ਦੇ ਬਾਹਾਂ ਦੇ ਵਿੱਚ ਪਾਏ, ਉਹਨੂੰ ਗੋਖੜੂ ਆਖਿਆ ਜਾਂਦਾ ਹੈ। ਇਹ ਬਾਹਾਂ ਦਾ ਗਹਿਣਾ ਹੁੰਦਾ ਹੈ। ਕਿਹੜਾ ਗਹਿਣਾ ਔਰਤ ਦੀਆਂ ਬਾਹਾਂ ਦਾ ਨਹੀਂ? ਇਹਦੇ ਵਿੱਚ ਬਾਜੂਬੰਦ, ਇਹ ਵੀ ਬਾਹਾਂ ਦਾ ਗਹਿਣਾ ਹੈ। ਉਸ ਤੋਂ ਬਾਅਦ ਦੇ ਵਿੱਚ ਨੌ ਰਤਨ, ਇਹ ਵੀ, ਭਾਵਟਾ, ਇਹ ਵੀ। ਤੋ ਜੁਗਨੀ, ਜੁਗਨੀ ਜਿਹੜਾ ਹੈਗਾ ਹੈ ਇਹ ਔਰਤ ਦੇ ਗਲੇ ਦਾ ਗਹਿਣਾ ਹੈ। ਜਦੋਂ ਤੁਸੀਂ ਕੰਠਾ ਪਾਇਆ ਹੁੰਦਾ ਨਾ, ਤੁਸੀਂ ਦੇਖਿਆ ਹੋਣਾ ਕਿ ਕਿਸੇ ਦੇ ਐ ਕੰਠਾ ਪਾਇਆ ਹੋਇਆ ਗਲ ਦੇ ਵਿੱਚ ਇਉਂ ਕਰਕੇ, ਤੇ ਉਹਦੇ ਵਿਚਕਾਰ ਇੱਕ ਥੱਲੇ ਲੌਕਟ ਜਿਹਾ ਲਟਕਦਾ ਹੁੰਦਾ, ਇਉਂ ਜਿਹਾ ਲੌਕਟ। ਉਹ ਜਿਹੜਾ ਥੱਲੇ ਵਾਲਾ ਲੌਕਟ ਹੁੰਦਾ ਉਹਨੂੰ ਜੁਗਨੀ ਕਹਿੰਦੇ ਨੇ। ਉਸ ਲੌਕਟ ਨੂੰ ਜੁਗਨੀ ਆਖਿਆ ਜਾਂਦਾ ਹੈਗਾ। ਤੋ ਜੁਗਨੀ ਜਿਹੜਾ ਹੈਗਾ ਉਹ ਬਾਹਾਂ ਦਾ ਗਹਿਣਾ ਨਹੀਂ ਹੁੰਦਾ, ਉਹ ਗਲ ਦਾ ਗਹਿਣਾ ਹੁੰਦਾ ਹੈ। ਇਸ ਕਰਕੇ ਜਿਹੜਾ ਬਾਕੀ ਬਾਹਾਂ ਦੇ ਨੇ, ਔਰ ਜੁਗਨੀ ਗਲੇ ਦਾ ਗਹਿਣਾ ਹੈ। ਕਿਹੜਾ ਗਹਿਣਾ ਔਰਤ ਦੇ ਗਲੇ ਦਾ ਨਹੀਂ? ਤੋ ਇਹਦੇ ਵਿੱਚ ਚੰਦਨਹਾਰ ਹੈ, ਇਹ ਵੀ ਗਲ ਦੇ ਵਿੱਚ ਪੈਂਦਾ ਹੈ। ਚੰਪਾਕਲੀ, ਇਹ ਵੀ ਗਲ 'ਚ ਪੈਂਦੀ ਹੈ। ਸੌਂਕਣ ਮੋਹਰਾ, ਸੌਂਕਣ ਮੋਹਰਾ ਇੱਕ ਪ੍ਰਕਾਰ ਦਾ ਤਵੀਤ ਨੁਮਾ ਜਿਹਾ ਹੁੰਦਾ ਹੈ, ਔਰ ਉਹ ਔਰਤ ਪਾਉਂਦੀ ਹੈ ਗਲ ਦੇ ਵਿੱਚ ਜਿਹਦੇ ਪਤੀ ਦੇ ਘਰ ਵਾਲੀ ਪਹਿਲਾਂ ਮਰ ਚੁੱਕੀ ਹੁੰਦੀ ਹੈਗੀ ਆ, ਔਰ ਉਹਦਾ ਜਿਹੜਾ ਕਰੇਵਾ ਉਹਦੇ ਨਾਲ ਕੀਤਾ, ਜਾਂ ਕਰੇਵਾ ਕਹਿ ਲਓ, ਜਾਂ ਪਹਿਲੀ ਮੈਰਿਜ ਹੀ ਕੀਤੀ ਜਾਂਦੀ ਹੈ, ਜਿਵੇਂ ਵੀ ਉਹ ਹੁੰਦਾ ਹੈਗਾ। ਤੋ ਆਪਣੇ ਪਤੀ ਦੇ, ਪਹਿਲੀ ਪਤਨੀ ਦੇ ਮਰਨ ਤੋਂ ਬਾਅਦ ਜਿਹੜੀ ਨਵੀਂ ਆਉਂਦੀ ਹੈ ਪਤਨੀ, ਉਸ ਦੇ ਥਾਂ ਦੇ, ਉਸ ਦੇ ਬਹਿਣੇ ਤੇ ਬਿਠਾਈ ਜਾਂਦੀ ਹੈ, ਉਹਦੇ ਗਲ ਦੇ ਵਿੱਚ ਇੱਕ ਤਵੀਤ ਨੁਮਾ ਗਹਿਣਾ ਪਾਇਆ ਜਾਂਦਾ, ਉਹਨੂੰ ਸੌਂਕਣ ਮੋਹਰਾ ਕਹਿੰਦੇ ਨੇ। ਤੋ ਇਹਦਾ ਵਿਸ਼ਵਾਸ ਹੈਗਾ ਕਿ ਕਈ ਵਾਰ ਉਸ ਦੀ ਆਤਮਾ ਜਿਹੜੀ ਹੁੰਦੀ ਹੈ ਉਸ ਨੂੰ ਕੋਈ ਤੰਗ ਨਾ ਕਰੇ, ਜਾਂ ਕੋਈ ਹੋਰ ਨਾ ਉਹਨੂੰ ਕੋਈ ਜਿਹੜੀ ਇੱਲ ਬਲਾ ਖਰਾਬ ਕਰੇ। ਤੋ ਇਸ ਕਰਕੇ ਉਹ ਸੌਂਕਣ ਮੋਹਰਾ ਪਾਇਆ ਜਾਂਦਾ ਹੈਗਾ। ਤੇ ਸੌਂਕਣ ਮੋਹਰਾ ਜਿਹੜਾ ਹੈਗਾ ਹਰੇਕ ਔਰਤ ਨਹੀਂ ਗਲ ਦੇ ਵਿੱਚ ਪਾਉਂਦੀ, ਹਰ ਔਰਤ ਦੇ ਨਹੀਂ ਉਹ ਪਾਇਆ ਹੁੰਦਾ, ਉਹ ਉਸੇ ਦੇ ਪਾਇਆ ਹੁੰਦਾ ਜਿਹਦੇ ਪਤੀ ਦੀ ਪਹਿਲੀ ਘਰ ਵਾਲੀ ਮਰ ਚੁੱਕੀ ਹੁੰਦੀ ਹੈ ਤੇ ਦੂਜਾ ਉਹਦਾ ਵਿਆਹ ਹੋਇਆ ਹੁੰਦਾ, ਉਹਦੇ ਗਲ ਦੇ ਵਿੱਚ ਸੌਂਕਣ ਮੋਹਰਾ ਪਾਇਆ ਜਾਂਦਾ ਹੈ। ਤੋ
ਇਹ ਵੀ ਗਲੇ ਦਾ ਗਹਿਣਾ ਹੈ। तो लास्ट ਤੇ ਆ ਪਿੱਪਲ ਪੱਤੀਆਂ ਕੰਨਾਂ ਦਾ ਗਹਿਣਾ ਹੁੰਦਾ ਹੈ। ਪਿੱਪਲ ਪੱਤੀਆਂ ਕੰਨਾਂ ਦਾ ਗਹਿਣਾ ਹੁੰਦਾ ਹੈ ਔਰ ਇਹ ਔਰਤਾਂ ਆਪਣੇ ਕੰਨਾਂ ਦੇ ਵਿੱਚ ਪਾਉਂਦੀਆਂ ਹੈਗੀਆਂ ਨੇ। ਇਸ ਕਰਕੇ ਸਾਡਾ ਆਪਸ਼ਨ ਜਿਹੜੀ ਹੈਗੀ ਉਹ ਸੱਸਾ ਆਏਗੀ। ਮੌਲੀ ਕਿੰਨੇ ਰੰਗਾਂ ਦਾ ਧਾਗਾ, ਮੌਲੀ ਵਿੱਚ ਕਿੰਨੇ ਰੰਗਾਂ ਦਾ ਧਾਗਾ ਵਰਤਿਆ ਜਾਂਦਾ ਹੈ? ਤਾਂ ਜਿਹੜੀ ਮੌਲੀ ਹੁੰਦੀ ਆ ਉਹਦੇ ਵਿੱਚ 2 ਰੰਗਾਂ ਦਾ ਧਾਗਾ ਹੁੰਦਾ ਹੈ, ਇੱਕ ਲਾਲ ਤੇ ਇੱਕ ਪੀਲਾ। 2 ਰੰਗਾਂ ਦਾ ਧਾਗਾ ਵਰਤਿਆ ਜਾਂਦਾ ਹੈ। ਖੰਮਣੀ ਦਾ ਧਾਗਾ ਜਿਹੜਾ ਕਈ ਵਾਰ 7 ਰੰਗਾਂ ਦਾ ਵੀ ਹੁੰਦਾ ਹੈ, ਪਰ ਜਿਹੜੀ ਮੌਲੀ ਹੁੰਦੀ ਉਹਦਾ ਸਪੈਸ਼ਲੀ ਧਾਗਾ 2 ਰੰਗਾਂ ਦਾ ਹੀ ਹੁੰਦਾ, ਲਾਲ ਤੇ ਪੀਲਾ। ਖੋਜ ਕਾਰਜ ਲਈ ਨੋਟਸ ਲੈਣ ਦਾ ਸਮਾਂ ਹੁੰਦਾ ਹੈ। ਖੋਜ ਪ੍ਰੋਜੈਕਟ ਦੀ ਰੂਪਰੇਖਾ ਦੀ ਤਿਆਰੀ ਸਮੇਂ ਨਹੀਂ, ਖੋਜ ਪ੍ਰੋਜੈਕਟ ਦੀ ਪ੍ਰਵਾਨਗੀ ਪਿੱਛੋਂ ਬਕਾਇਦਾ ਖੋਜ ਸ਼ੁਰੂ ਕਰਨ ਸਮੇਂ, ਖੋਜ ਪ੍ਰੋਜੈਕਟ ਉੱਤੇ ਮਜ਼ਬੂਤ ਪਕੜ ਬਣਾਉਣ ਸਮੇਂ, ਉਪਰੋਕਤ ਤਿੰਨਾਂ ਮੌਕਿਆਂ ਦੇ ਉੱਪਰ। ਤੋਂ ਜਿਹੜਾ ਹੈਗਾ ਖੋਜ ਪ੍ਰੋਜੈਕਟ ਦੀ ਪ੍ਰਵਾਨਗੀ ਪਿੱਛੋਂ ਬਕਾਇਦਾ ਖੋਜ ਕਰਨ ਸਮੇਂ ਜਿਹੜਾ ਹੈਗਾ ਉਦੋਂ ਨੋਟਸ ਲਏ ਜਾਂਦੇ ਹੈਗੇ ਨੇ, ਉਦੋਂ ਤੁਸੀਂ ਜਿਹੜਾ ਹੈਗਾ ਸ਼ੁਰੂਆਤ ਇਹਦੀ ਕਰਦੇ ਹੈਗੇ ਹੋ। ਜਦੋਂ ਨੋਟਸ ਤੁਸੀਂ ਲੈਂਦੇ ਹੋ ਤੇ ਖੋਜ ਪ੍ਰੋਜੈਕਟ ਤੇ ਪਕੜ ਤੇ ਫਿਰ ਆਟੋਮੈਟਿਕ ਹੀ ਬਣ ਜਾਣੀ ਹੁੰਦੀ ਹੈਗੀ ਹੈ। ਤੋ ਇਸ ਕਰਕੇ ਜਿਹੜਾ ਹੈਗਾ ਇਹ ਸਾਡਾ ਆਪਸ਼ਨ ਆੜਾ ਆਏਗਾ। ਚੁੱਕ ਕੇ ਪੱਲਾ ਦੇਖਦੀ ਮੇਰੇ ਬਾਬੇ ਦਾ ਹਾਣੀ। ਤੋ ਇਹ ਪੰਕਤੀਆਂ ਕਿਸ ਲਈ ਹਨ? ਤੋ ਇਹ ਹੈਗੀਆਂ ਜਿਹੜੀਆਂ ਪੰਕਤੀਆਂ ਮੂਲ ਰੂਪ ਦੇ ਵਿੱਚ ਸਾਡਾ ਆਪਸ਼ਨ ਇੱਥੇ ਆੜਾ ਆਏਗੀ, ਬੁੱਢੇ ਪਤੀ ਲਈ। ਕਿਉਂਕਿ ਪਹਿਲੇ ਸਮਿਆਂ ਦੇ ਵਿੱਚ ਜਿਹੜਾ ਸੀਗਾ ਛੋਟੀ ਉਮਰ ਦੀਆਂ ਕੁੜੀਆਂ ਨੂੰ ਵੱਡੇ ਉਮਰ ਦੇ ਬੰਦਿਆਂ ਦੇ ਨਾਲ ਜਿਹੜਾ ਅਕਸਰ ਵਿਆਹ ਦਿੱਤਾ ਜਾਂਦਾ ਸੀ ਔਰ ਕਈ ਵਾਰ ਜਿਹੜੀ ਛੋਟੀ ਉਮਰ ਦੇ ਵਿੱਚ ਕੁੜੀਆਂ ਦਾ ਜਦੋਂ ਉਹਨਾਂ ਦਾ ਵਿਆਹ ਇਹੋ ਜਿਹੇ ਵੱਡੀ ਉਮਰ ਦੇ ਬੰਦਿਆਂ ਨਾਲ ਹੋ ਜਾਂਦਾ ਸੀਗਾ ਜ਼ਮੀਨ ਦੇ ਲਾਲਚ ਦੇ ਵਿੱਚ ਜਾਂ ਪੈਸੇ ਦੇ ਲਾਲਚ ਦੇ ਵਿੱਚ, ਤੇ ਉਦੋਂ ਔਰਤ ਦੀ ਇੱਕ ਭਾਵਨਾ ਸੀਗੀ ਜਿਹੜੀ ਲੋਕ ਗੀਤ ਰਾਹੀਂ ਬਿਆਨ ਕੀਤੀ ਗਈ ਹੈ, ਕਿਉਂਕਿ ਇੱਕ ਬਹੁਤ ਵੱਡੀ ਬੁਰਾਈ ਸੀਗੀ ਇਹ ਉਸ ਵੇਲੇ ਦੀ। ਤੋ ਇਸ ਕਰਕੇ ਜਿਹੜਾ ਹੈਗਾ ਉਹ ਬੁੱਢੇ ਪਤੀ ਲਈ ਔਰਤ ਦੀ ਜਿਹੜੀਆਂ ਭਾਵਨਾਵਾਂ ਨੇ, ਉਹਦੇ ਮਨ ਦੀਆਂ ਜਿਹੜੀਆਂ ਫੀਲਿੰਗਸ ਨੇ, ਇਮੋਸ਼ਨ ਨੇ, ਉਹ ਇੱਥੇ ਜ਼ਾਹਰ ਕਰ ਰਹੀ ਹੈਗੀ ਹੈ। ਸਾਡਾ ਆਪਸ਼ਨ ਇੱਥੇ ਆੜਾ ਆਏਗਾ। ਛਪਾਰ ਦਾ ਮੇਲਾ ਕਿਸ ਇਲਾਕੇ ਨਾਲ ਸੰਬੰਧਿਤ ਹੈ? ਤੋ ਜਿਵੇਂ ਜਰਗ ਦੀ ਮੈਂ ਗੱਲ ਕੀਤੀ ਸੀ, ਤੋ ਛਪਾਰ ਵੀ ਜਿਹੜਾ ਹੈਗਾ ਇੱਕ ਪਿੰਡ ਹੈ, ਇਹ ਵੀ ਲੁਧਿਆਣੇ ਜ਼ਿਲ੍ਹੇ ਦੇ ਵਿੱਚ ਹੈ। ਲੁਧਿਆਣੇ ਜ਼ਿਲ੍ਹੇ ਦੇ ਵਿੱਚ ਤਹਿਸੀਲ ਇਹਦਾ ਜਿਹੜੀ ਹੈਗੀ ਆ ਉਹ ਆਪਣੀ ਹੈ ਅਹਿਮਦਗੜ੍ਹ, ਤਹਿਸੀਲ ਅਹਿਮਦਗੜ੍ਹ ਹੈ। ਉੱਥੇ ਇੱਕ ਪਿੰਡ ਹੈ ਰਾਏਕੋਟ ਤੋਂ ਵੀ ਸੜਕ ਜਾਂਦੀ ਹੈ ਛਪਾਰ ਨੂੰ। ਤੋ ਇਹਦਾ ਜਿਹੜਾ ਇੱਥੇ ਜਿਹੜਾ ਮੇਲਾ ਲੱਗਦਾ ਹੈਗਾ ਉਹ ਗੁੱਗੇ ਪੀਰ ਦਾ ਮੇਲਾ ਲੱਗਦਾ ਹੈ। ਗੁੱਗੇ ਪੀਰ ਦਾ ਭਾਦੋਂ ਦੀ ਜਿਹੜੀ ਹੈਗੀ ਇਕਾਦਸ਼ੀ ਨੂੰ, ਭਾਦੋਂ ਇਕਾਦਸ਼ੀ ਨੂੰ, ਚਾਨਣੀ ਇਕਾਦਸ਼ੀ ਨੂੰ ਮੇਲਾ ਲੱਗਦਾ ਹੈ ਔਰ ਇਹਦਾ ਸੰਬੰਧ ਜਿਹੜਾ ਹੈਗਾ ਮਾਲਵੇ ਇਲਾਕੇ ਦੇ ਨਾਲ ਹੈਗਾ। ਲੁਧਿਆਣਾ ਤਾਂ ਮਾਲਵੇ 'ਚ ਹੀ ਆਉਂਦਾ, ਕਲੀਅਰ ਹੈ ਸਾਨੂੰ, ਤੇ ਮਾਲਵੇ ਇਲਾਕੇ ਨਾਲ ਜਿਹੜਾ ਇਹਦਾ ਸੰਬੰਧ ਹੈਗਾ। ਮਾਘੀ ਕਦੋਂ ਹੁੰਦੀ ਹੈ? ਤੋ ਮਾਘੀ ਜਿਹੜੀ ਹੈ ਲੋਹੜੀ ਤੋਂ ਅਗਲੇ ਦਿਨ ਹੁੰਦੀ ਹੈ। ਕਲੀਅਰ ਹੈ ਸਭ ਨੂੰ ਤਕਰੀਬਨ। ਲੋਹੜੀ ਤੋਂ ਜਿਹੜਾ ਅਗਲਾ ਦਿਨ ਹੁੰਦਾ ਹੈਗਾ, ਸੰਗਰਾਂਦ ਵਾਲਾ ਦਿਨ, ਮਾਘ ਦੇ ਮਹੀਨੇ ਦੀ ਸੰਗਰਾਂਦ ਵਾਲਾ ਦਿਨ, ਉਦੋਂ ਮਾਘੀ ਹੁੰਦੀ ਹੈ। ਸਾਵਣ ਦੇ ਮਹੀਨੇ ਦਾ ਤਿਉਹਾਰ ਹੈ। ਨਿਰਜਲਾ ਇਕਾਦਸ਼ੀ, ਗੁੱਗਾ ਨੌਮੀ ਔਰ ਕਰਵਾ ਚੌਥ। ਤੋ ਸਾਵਣ ਦੇ ਮਹੀਨੇ ਦਾ ਤਿਉਹਾਰ ਜਿਹੜਾ ਹੈਗਾ ਉਹ ਤੀਆਂ ਹੈਗੀਆਂ ਨੇ। ਤੋ ਪੂਰਾ ਮਹੀਨਾ ਭਰ ਚੱਲਣ ਵਾਲਾ ਇਹ ਤਿਉਹਾਰ ਹੁੰਦਾ ਹੈਗਾ, ਤੋ ਜੋ ਕੁੜੀਆਂ ਵੱਲੋਂ ਮਨਾਇਆ ਜਾਂਦਾ ਆਪਣੇ ਪੇਕੇ ਪਿੰਡ ਵਿੱਚ ਆ ਕੇ। ਸਾਹਿਤ ਦਾ ਉਤਪਾਦਨ ਹੁੰਦਾ ਹੈ। ਧਰਮ ਵਿੱਚੋਂ ਸਾਹਿਤ ਨਿਕਲਦਾ ਹੈ, ਇਹ ਵੀ ਗਲਤ ਹੈ। ਦਰਸ਼ਨ ਵਿੱਚੋਂ ਵੀ ਨਹੀਂ ਨਿਕਲਦਾ, ਇਤਿਹਾਸ ਵਿੱਚੋਂ ਨਹੀਂ। ਸਾਹਿਤ ਦਾ ਜਿਹੜਾ ਉਤਪਾਦਨ ਹੈ ਉਹ ਸਮਾਜ ਵਿੱਚੋਂ ਹੀ ਹੁੰਦਾ ਹੈ। ਸਮਾਜ ਦੇ ਬਾਸ਼ਿੰਦਿਆਂ ਦੁਆਰਾ ਹੀ ਜਿਹੜਾ ਹੈਗਾ ਸਾਹਿਤ ਨੂੰ ਸਿਰਜਿਆ ਜਾਂਦਾ ਹੈ। ਇੱਕ ਇਹੋ ਜਿਹੇ ਜਦੋਂ ਸਵਾਲ ਹੁੰਦੇ ਹੈਗੇ ਨੇ ਉਹਨਾਂ ਨੂੰ ਤਕਰੀਬਨ ਪੜ੍ਹ ਲਿਆ ਜਾਂਦਾ। ਬੱਚੇ ਕਈ ਵਾਰੀ ਕੀ ਕਰਦੇ ਨੇ, ਗਲਤੀ ਦੇ ਨਾਲ ਜਿਹੜਾ ਹੈਗਾ ਉੱਥੇ ਲਾ ਦਿੰਦੇ ਨੇ ਟਿਕ। ਤੋ ਗਲਤੀ ਨਹੀਂ ਕਰਨੀ, ਉਹਨੂੰ ਆਰਾਮ ਨਾਲ ਪੜ੍ਹਨਾ ਹੈ ਔਰ ਆਰਾਮ ਨਾਲ ਪੜ੍ਹ ਕੇ ਦੇਖਣਾ ਉਹਦੇ ਵਿੱਚੋਂ ਕਿ ਕਿਹੜਾ, ਦੇਖੋ ਜਿਹੜਾ ਧਰਮ, ਦਰਸ਼ਨ ਤੇ ਇਤਿਹਾਸ ਉਹ ਸਮਾਜ ਵਿੱਚੋਂ ਹੀ ਉਪਜਦੇ ਨੇ, ਇਹਨਾਂ ਦਾ ਸੰਬੰਧ ਹੀ ਸਮਾਜ ਨਾਲ ਹੈ। ਤੇ ਇੱਥੇ ਪ੍ਰਾਇਮਰੀ ਸਮਾਜ ਹੈ, ਅਸੀਂ ਉਸੇ ਚੀਜ਼ ਨੂੰ ਟਿਕ ਕਰਨਾ ਹੈ ਜਿਹੜੀ ਪ੍ਰਾਇਮਰੀ ਹੈ, ਦੂਜੀ ਨੂੰ ਨਹੀਂ ਕਰਨਾ। ਇਸ ਕਰਕੇ ਸਾਡਾ ਇੱਥੇ ਜਿਹੜਾ ਆਨਸਰ ਹੋਏਗਾ ਉਹ ਈਡੀ ਆਏਗਾ, ਸਮਾਜ ਵਿੱਚੋਂ। ਹੀਰ ਵਾਰਸ ਦਾ ਨਿਕਟ ਵਰਤੀ ਸੰਬੰਧ ਹੈ ਖੰਡ ਕਾਵਿ ਨਾਲ, ਬਿਰਤਾਂਤ ਕਾਵਿ ਨਾਲ, ਮਹਾਂਕਾਵਿ ਨਾਲ ਜਾਂ ਪ੍ਰਗੀਤ ਕਾਵਿ ਨਾਲ। ਤਾਂ ਹੀਰ ਵਾਰਸ ਦਾ ਜਿਹੜਾ ਨਿਕਟ ਵਰਤੀ ਸੰਬੰਧ ਹੈ ਉਹਦੇ ਵਿੱਚ ਮਹਾਂਕਾਵਿ ਦੇ ਲੱਛਣ ਜਿਹੜੇ ਹੈਗੇ ਨੇ ਸਾਨੂੰ ਪ੍ਰਤੱਖ ਦਿਖਾਈ ਦਿੰਦੇ ਹੈਗੇ ਨੇ। ਹਾਂ, ਹਾਲਾਂਕਿ ਇਹਦੇ ਚ ਸਰਗ ਵੰਡ ਨਹੀਂ ਹੈ, ਮਹਾਂਕਾਵਿ ਚ ਸਰਗ ਹੁੰਦੇ ਨੇ, ਇਹਦੇ ਚ ਸਰਗ ਨਹੀਂ, ਇਹਦੇ ਵਿੱਚ ਜਿਹੜੇ ਹੈਗੇ ਨੇ ਉਹ ਬੰਦ ਨੇ। ਤੋ 611 12 621 22 ਬੰਦ ਇਹਦੇ ਹੈਗੇ ਨੇ। ਤਾਂ ਸੰਬੰਧ ਇਹਦਾ ਨੇੜਦਾ ਜਿਹੜਾ ਜਾ ਕੇ ਮਹਾਂਕਾਵਿ ਨਾਲ ਜੁੜ ਜਾਂਦਾ ਹੈ। ਬੜੀ ਹੀ ਸਾਂਝ ਹੈ ਇਹਦੇ ਵਿੱਚ ਮਹਾਂਕਾਵਿ ਵਾਲੀ।
ਕਹਾਣੀ ਵਿੱਚ ਗੋਂਦ ਤੋਂ ਕੀ ਭਾਵ ਹੈ? ਜਿਹੜੀ ਗੋਂਦ ਹੁੰਦੀ ਹੈ, ਗੋਂਦ ਨੂੰ ਅੰਗਰੇਜ਼ੀ ਦੇ ਵਿੱਚ ਪਲਾਟ ਕਹਿੰਦੇ ਨੇ। ਪਲਾਟ ਆਖਿਆ ਜਾਂਦਾ ਹੈਗਾ। ਤਾਂ ਪਲਾਟ ਜਿਹੜਾ ਹੈਗਾ ਉਹ ਹੁੰਦੀ ਹੈ ਘਟਨਾਵਾਂ ਦੀ ਤਰਤੀਬ। ਜਦੋਂ ਇੱਕ ਸੀਕੁਐਂਸ ਹੁੰਦੀ ਹੈ ਜਿਹੜੀ ਘਟਨਾਵਾਂ ਦੀ, ਲੇਖਕ ਦੁਆਰਾ ਘਟਨਾ ਨੂੰ ਇੱਕ ਸੀਕੁਐਂਸ ਦੇ ਵਿੱਚ, ਇੱਕ ਤਰਤੀਬ ਦੇ ਵਿੱਚ ਕੱਸ ਕੇ ਬੰਨਿਆ ਜਾਂਦਾ ਹੈ, ਤਾਂ ਉਹਨੂੰ ਜਿਹੜਾ ਹੈਗਾ ਉਹਨੂੰ ਗੋਂਦ ਆਖਿਆ ਜਾਂਦਾ ਹੈ। ਤਾਂ ਇੱਥੇ ਸਾਡੇ ਕੋਲੇ ਜਿਹੜਾ ਆਨਸਰ ਹੈਗਾ ਇਹਦੇ ਵਿੱਚ ਆੜਾ ਹੈ, ਇਹਨਾਂ ਨੇ ਲਿਖਿਆ ਹੋਇਆ ਕਿ ਘਟਨਾਵਾਂ ਦੀ ਤਰਤੀਬ। ਅਸੀਂ ਇਸ ਦੇ ਉੱਪਰ ਜਿਹੜਾ ਹੈਗਾ ਟਿਕ ਕਰਨਾ, ਇਸ ਗੱਲ ਦਾ ਧਿਆਨ ਰੱਖਣਾ ਹੈਗਾ ਕਿ ਜਿਹੜੀਆਂ ਘਟਨਾਵਾਂ ਦੀ ਸੀਕੁਐਂਸ ਹੁੰਦੀ ਹੈ, ਉਹਨਾਂ ਦੀ ਤਰਤੀਬ ਹੁੰਦੀ ਹੈਗੀ, ਉਹਨੂੰ ਗੋਂਦ ਕਹਿੰਦੇ ਨੇ। ਕਿਹੜਾ ਸਾਹਿਤ ਰੂਪ ਮਿਸ਼ਰਤ ਕਲਾ ਹੈ? ਮਹਾਕਾਵ, ਕਹਾਣੀ, ਨਾਵਲ ਜਾਂ ਨਾਟਕ? ਤਾਂ ਜਿਹੜਾ ਨਾਟਕ ਹੈ ਇਹ ਮਿਸ਼ਰਤ ਕਲਾ ਹੈ। ਨਾਟਕ ਪੜ੍ਹਿਆ ਵੀ ਜਾਂਦਾ ਹੈ ਤੇ ਨਾਟਕ ਸੁਣਿਆ ਵੀ ਜਾਂਦਾ ਤੇ ਨਾਟਕ ਦੇਖਿਆ ਵੀ ਜਾਂਦਾ। ਇਹ ਇੱਕ ਮਿਸ਼ਰਤ ਕਲਾ ਹੈ। ਇਹਨੂੰ ਪੜ੍ਹਿਆ ਵੀ ਜਾ ਸਕਦਾ ਹੈ ਤੇ ਰੰਗਮੰਚ ਦੇ ਉੱਪਰ, ਡਾਇਸ ਦੇ ਉੱਪਰ ਜਿਹੜਾ ਹੈਗਾ ਇਹਨੂੰ ਪ੍ਰਦਰਸ਼ਿਤ ਵੀ ਕੀਤਾ ਜਾ ਸਕਦਾ। ਵਕਰੋਕਤੀ ਸੰਪਰਦਾਇ ਦਾ ਮੋਢੀ ਹੈ। ਵਕਰੋਕਤੀ ਸੰਧੀ ਦੇ ਨਾਲ ਲਿਖਿਆ ਗਿਆ, ਇਹਦਾ ਇਉਂ ਹੈ ਮੂਲ ਚ ਵਕਰ ਉਕਤੀ। ਵਕਰ ਉਕਤੀ, ਵਕਰ ਹੁੰਦਾ ਟੇਢਾ, ਟੇਢਾ ਕਥਨ, ਟੇਢੀ ਕਰਕੇ ਗੱਲ ਕੀਤੀ ਗਈ। ਹੁਣ ਜਦੋਂ ਟੇਢਾ ਕਰਕੇ ਗੱਲ ਨੂੰ ਕਿਸੇ ਨੂੰ ਘੁਮਾ ਕੇ ਕੀਤਾ ਜਾਵੇ, ਉਦਾਹਰਨ ਵਜੋਂ ਜੇ ਹੁਣ ਕਿਸੇ ਨੂੰ ਕਹੀਏ ਵੀ ਮਾਰਨ ਦੀ ਜਗ੍ਹਾ ਤੇ ਜੀ ਫਲਾਣੇ ਨੂੰ ਮਾਰਤਾ, ਜੇ ਕਹਿ ਦਈਏ ਫਲਾਣੇ ਨੂੰ ਗੱਡੀ ਚਾੜਤਾ, ਹੁਣ ਗੱਡੀ ਚਾੜਤਾ ਜਿਹੜਾ ਹੈਗਾ ਇੱਥੇ ਗੱਲ ਘੁਮਾ ਕੇ ਟੇਢੀ ਕਰਕੇ ਕੀਤੀ ਗਿਆ, ਇਹਨੂੰ ਵਕਰ ਉਕਤੀ ਕਿਹਾ ਗਿਆ। तो वक्रोक्ति जिहड़ी हैगी है, शब्द वक्रता, वर्ण वक्रता, प्रबंध वक्रता, वाक वक्रता, ये जिहड़ी हैगी है बड़े ही भेद जिहड़े आचार्या ने जिहड़े इहदे दस्से हैगे ने। तो इहदी संप्रदाय दा जिहड़ा मोढी हैगा वो है कुंतक। इहदे ग्रंथ दा नाम है वक्रोक्ति, वक्रोक्ति, वक्रोक्ति जीवितम, जीवितम। ये ग्रंथ दे विच जिहड़ा हैगा इसने, इहदे 3 उन्मेष ने, 3 उन्मेष हैगे ने, उन्मेष हैगे ग्रंथ दे। और एक गल याद रखने वाली है कि ग्रंथ अधूरा है, पूरा नहीं हैगा, ग्रंथ ये अधूरा है, पर इहदे च परिकल्पना जिहड़ी हैगी है जां संकल्पना हैगी है वो वक्रोक्ति दी कुंतक ने कीती हैगी है। तो 3 उन्मेषां दे विच ग्रंथ वंडिया गया हैगा। तो उस तो बाद दे विच जिहड़े तिन्ने हैगे ने, जिहड़ा वामन हैगा ते वामन ने रीति दी संकल्पना कीती है, दंडी ने जिहड़ी हैगी है ਇਹ मूल रूप ਦੇ ਵਿੱਚ अलंकारवादी है, ਤੇ ਜਿਹੜਾ ਭਾਸ਼ ਹੈਗਾ, ਭਾਸ਼ ਤੇ ਸ਼ੂद्र के नाटककार है, ਇਹ ਸੰਸਕ੍ਰਿਤ ਦਾ ਨਾਟਕਕਾਰ ਹੈ, ਇਹ ਵਿਦਵਾਨ ਨਹੀਂ, ਇਹ ਸਿਧਾਂਤਕਾਰ ਜਾਂ ਸ਼ਾਸਤਰਕਾਰ ਨਹੀਂ ਹੈਗਾ। तो ਸਾਡਾ ਜਿਹੜਾ ਆਨਸਰ ਹੈਗਾ ਉਹ ਊੜਾ ਆਏਗਾ ਜੀ, ਆਚਾਰੀਆ ਕੁੰਤਕ। ਕੁੰਤਕ ਦਾ ਗ੍ਰੰਥ ਹੈ ਵਕਰੋਕਤੀ ਜੀਵਿਤਮ, ਉਹਦੇ ਵਿੱਚ ਜਿਹੜਾ ਹੈਗਾ ਵਕਰੋਕਤੀ ਨੂੰ ਐਕਸਪਲੇਨ ਕਰਦਾ ਹੈ। ਮਾਰਕਸਵਾਦੀ ਆਲੋਚਨਾ ਪ੍ਰਣਾਲੀ ਦਾ ਆਧਾਰ ਹੈ ਯਥਾਰਥਕਤਾ, ਆਦਰਸ਼ਕਤਾ, ਸਮਾਜਿਕਤਾ ਜਾਂ ਦਵੰਦਾਤਮਕਤਾ। ਇਹਦਾ ਆਧਾਰ ਜਿਹੜਾ ਹੈਗਾ ਦਵੰਦਾਤਮਕਤਾ ਹੈ। ਭੌਤਿਕ ਦਵੰਦਵਾਦ ਹੈਗਾ ਜਿਹੜਾ, ਭੌਤਿਕ ਦਵੰਦਵਾਦ ਇਹ ਇਹਦਾ ਆਧਾਰ ਹੈ। ਦਵੰਦਵਾਦ ਭਾਵ ਹੈ ਦੋਹਾਂ ਦਾ ਜਿਹੜਾ ਦਵੰਦ ਕਿਸੇ ਚੀਜ਼ ਦਾ ਜੁੜਿਆ ਹੋਇਆ ਇੱਕ ਦੂਜੇ ਦੇ ਨਾਲ, ਕੰਟਰਾਡਿਕਸ਼ਨ ਕਿਸੇ ਚੀਜ਼ ਦਾ ਦਵੰਦ, ਉਸ ਚੀਜ਼ ਨੂੰ ਜਿਹੜਾ ਹੈਗਾ ਦਵੰਦ ਆਖਿਆ ਜਾਂਦਾ ਹੈ। तो इस दे नाल ही साडा जिहड़ा अज दे साडी इह श्रृंखला दे सवाल जिहड़े इत्थे खत्म हुंदे ने। तो मैनूं आस है कि तुसीं साडे इस विख्यान तो, साडी इस कोशिश तो, एफर्ट तो जरूर लाभ उठाओगे। तो नाल नाल एक चीज़ जरूर हैगी है कि कई बार की हुंदा हैगा कि क्वेश्चन दी तुसीं प्रॉब्लम तकरीबन तो तकरीबन, तो मेरी कोशिश होंदी हैगी है कि जिहड़ा बड़े सुखैन तरीके नाल, सही तरीके नाल तुहानूं दस्सिया जावे। पर कई बार देखो इंसान सरबत्तर नहीं, मैं लास्ट ते यही गल कहना हुंदा है कि इंसान सरबत्तर नहीं हैगा, इंसान कोलों भुल चुक हो जानी अनिवार्य हैगा। तो इस करके जिथे तुहानूं किते डाउट लगदा हैगा, किसी क्वेश्चन दे विच तुहानूं किते ना किते डाउट लगदा है, ते जेकर तुसीं ओहदी तरमीम करनी हैगी आ, उस चीज़ दा, उस चीज़ दी सोध करनी है, उहनूं तुसीं वाचना हैगा, ते फिर तुसीं जिहड़ा हैगा स्थापित किताब दे विच्चों ही उस चीज़ दी तरमीम करो, ना कि तुसीं किसी प्रश्नोत्तरी, किसी संवाद, किसी काम चलाऊ जो पुस्तकां हैगियां ने, जो आम जस्ट तैयारी दे वास्ते आम सधारण जिहियां किताबां हुंदियां ने, तुसीं कई बार उन्हां तो जिहड़ा हैगा इह अपना
ਦੇਖ ਲੈਂਦੇ ਹੈਗੇ ਹੋ, ਉਹਨਾਂ ਦੇ ਵਿੱਚੋਂ ਕਰੈਕਟ ਕਰਨ ਦਾ ਯਤਨ ਕਰਦੇ ਹੈਗੇ ਹੋ। ਠੀਕ ਹੈ ਕਿ ਉਹਨਾਂ ਚੋਂ ਵੀ ਦੇਖ ਲਓ ਜੇਕਰ ਤੁਹਾਨੂੰ ਲੱਗਦਾ ਹੈ, ਪਰੰਤੂ ਜਿੱਥੇ ਜੇ ਕਿਤੇ ਤੁਹਾਨੂੰ ਲੱਗਦਾ ਹੈਗਾ ਹੈ ਕਿ ਤੁਹਾਡਾ ਕਿਤੇ ਨਾ ਕਿਤੇ ਤੁਹਾਡੇ ਮਨ ਦੇ ਵਿੱਚ ਕੋਈ ਸੰਦੇਹ ਹੈ ਕਿਸੇ ਕੁਐਸਚਨ ਦੇ ਪ੍ਰਤੀ, ਕਿਸੇ ਸਵਾਲ ਦੇ ਪ੍ਰਤੀ, ਔਰ ਉਹਦੀ ਤੁਸੀਂ ਸੋਧ ਕਰਨੀ ਹੈ, ਉਹਦੀ ਤਰਮੀਮ ਕਰਨੀ ਹੈ, ਤੇ ਤਰਮੀਮ ਹਮੇਸ਼ਾ ਹੀ ਜਿਹੜੀ ਸਿਧਾਂਤਕ ਕਿਤਾਬ ਵਿੱਚੋਂ ਕੀਤੀ ਜਾਵੇ। ਜਿਵੇਂ ਹੁਣ ਮਾਰਕਸਵਾਦੀ ਦੀ ਮੈਂ ਗੱਲ ਕੀਤੀ ਹੈ, ਤੇ ਕਿਸ਼ਨ ਸਿੰਘ, ਸੰਤ ਸਿੰਘ ਸੇਖੋਂ, ਡਾਕਟਰ ਅਤਰ ਸਿੰਘ ਵਰਗੇ ਵਿਦਵਾਨਾਂ ਦੀਆਂ ਕਿਤਾਬਾਂ ਤੋਂ ਇਸ ਚੀਜ਼ ਨੂੰ, ਇਸ ਚੀਜ਼ ਦਾ ਜਿਹੜਾ ਹੈਗਾ ਹੈ ਉਹਦਾ ਸ਼ੁੱਧੀਕਰਨ ਕੀਤਾ ਜਾਵੇ, ਉਹਦੇ ਚੋਂ ਸੋਧ ਕੀਤੀ ਜਾਣੀ ਚਾਹੀਦੀ ਹੈ। ਸੋ ਇਸ ਦੇ ਨਾਲ ਹੀ ਜਿਹੜਾ ਹੈਗਾ ਅੱਜ ਦਾ ਵਿਰਾਮ ਲਾਉਣ ਦਾ ਮੈਂ ਹੁਣ ਇੱਥੇ ਲਾਉਣਾ ਆਪਣੀ ਇਸ ਚਰਚਾ ਦੇ ਉੱਪਰ। ਤੋਂ ਮਿਲਦੇ ਹਾਂ ਅਗਲੇ ਲੈਕਚਰ ਦੇ ਵਿੱਚ, ਅਗਲੇ ਵਿਖਿਆਨ ਦੇ ਵਿੱਚ। ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ। ਧੰਨਵਾਦ।